ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ ਜੀ। ਲਓ ਜੀ, ਅਸੀਂ ਅੱਜ ਜੈਕਟ ਵੀ ਪਾ ਲਈ ਤੇ ਖੁੱਲੇ ਪਾਰਕ ਦੇ ਵਿੱਚੋਂ ਅੱਜ ਅਸੀਂ ਫਿਰ ਸਟੂਡੀਓ 'ਚ ਵੀ ਆ ਗਏ। ਅੱਜ ਤੁਸੀਂ ਰੰਗ ਢੰਗ ਫਿਰ ਬਦਲਿਆ ਦੇਖੋਗੇ। ਚਰਚਾ ਦੇ ਮੁੱਦੇ ਦਾ ਮੂਹਰੇ ਮੇਜ਼ ਵੀ ਲਾ ਦੇਣਾ ਇਹਨਾਂ ਨੇ, ਕੱਪ ਕੁੱਪ ਵੀ ਰੱਖ ਦੇਣੇ, ਸੋ ਸਾਰਾ ਕੁਝ। ਸੋ ਦੁਬਾਰਾ ਕਰੋਨਾ ਦੀ ਜਿਹੜੀ ਆਫਤ ਸੀ, ਜਿਹੜੀ ਮਾਰ ਸੀ, ਉਸ ਨੇ ਸਾਨੂੰ ਖੁੱਲੇ ਵਿਹੜੇ 'ਚ ਲੈ ਗਏ ਸੀ ਤੇ ਅੱਜ ਅਸੀਂ ਦੁਬਾਰਾ ਸਟੂਡੀਓ 'ਚ ਆਏ ਹਾਂ। ਸੋ ਇਸ ਲਈ ਨਵੇਂ ਰੰਗ ਨਾਲ, ਨਵੇਂ ਢੰਗ ਨਾਲ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਇਸ ਚਰਚਾ ਦੇ ਮੁੱਦੇ ਦੇ ਵਿੱਚ ਚਰਚਾ ਕਰਾਂਗੇ ਅਸੀਂ। ਸਭ ਤੋਂ ਬੜਾ ਜਿਹਦੇ ਪਰ ਸਭ ਦੀ ਨਜ਼ਰ ਸੀ ਕਿ ਜੋ ਪੰਜਾਬ ਵਿਧਾਨ ਸਭਾ 'ਚ ਹੋਣ ਜਾ ਰਿਹਾ, ਕਿ ਉਹ ਪੰਜਾਬ ਹਿਤੈਸ਼ੀ ਹੈ, ਕਿ ਉਹ ਕਿਸਾਨ ਹਿਤੈਸ਼ੀ ਹੈ। ਸੋ ਕੱਲ੍ਹ ਜਿਵੇਂ ਸਾਰੀਆਂ ਧਿਰਾਂ ਇਕਜੁੱਟ ਨਜ਼ਰ ਆਈਆਂ, ਚੰਗਾ ਲੱਗਾ ਕਿ ਹਾਂ ਘੱਟੋ ਘੱਟ ਕਿਸਾਨੀ ਨੇ ਇਹ ਸਾਰੇ ਰਾਜਨੀਤਿਕ ਲੀਡਰ, ਸਾਰੀਆਂ ਰਾਜਨੀਤਿਕ ਪਾਰਟੀਆਂ ਮੂਹਰੇ ਲਾ ਲਈਆਂ ਸੀ। ਸੋ ਅੱਜ ਉਹ ਪੰਜਾਬ ਦੀ ਬੋਲੀ ਬੋਲੀਆਂ, ਪੰਜਾਬ ਦੇ ਹੱਕ ਵਿੱਚ ਖਲੋਈਆਂ, ਕਿਸਾਨਾਂ ਦੇ ਹੱਕ ਵਿੱਚ ਖਲੋਈਆਂ। ਪਰ ਸਵਾਲ ਵੱਡਾ ਖੜਾ ਹੈ ਕਿ ਇਹ ਕਾਨੂੰਨ ਕੀ ਉਹ ਨਾ ਕੇਂਦਰੀ ਕਾਨੂੰਨਾਂ ਦਾ ਸਾਹਮਣਾ ਕਰ ਸਕਣਗੇ? ਕੀ ਇਹ ਕਿਤੇ ਖੜ ਵੀ ਸਕਣਗੇ? ਜਾਂ ਪਹਿਲੇ ਪਾਣੀਆਂ ਦੇ ਬਿੱਲਾਂ ਵਾਂਗ ਪਾਣੀਆਂ ਦੇ ਬਿੱਲਾਂ ਨੂੰ ਲੈ ਕੇ ਜਿਵੇਂ ਪਾਣੀਆਂ ਸਮਝੌਤੇ ਰੱਦ ਕੀਤੇ ਸੀ, ਉਹ ਕੋਰਟ ਕਚਹਿਰੀ ਧੱਕੇ ਖਾ ਰਹੇ ਨੇ, ਕਿਤੇ ਇਹ ਵੀ ਉੱਥੇ ਧੱਕੇ ਤਾਂ ਨਹੀਂ ਖਾਂਦੇ ਰਹਿਣਗੇ। ਸੋ ਇਸ ਨੂੰ ਦੇਖਦੇ ਹਾਂ ਅਤੇ ਇਹਦੇ ਨਾਲ ਜੁੜਿਆ ਪਹਿਲੂ ਕਿ ਕੀ ਰਾਜਨੀਤਿਕ ਪਾਰਟੀਆਂ ਨੇ ਸਾਰਾ ਕੁਝ ਕਿਸਾਨਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਜਾਂ ਫਿਰ 2022 ਨੂੰ ਵੀ ਧਿਆਨ 'ਚ ਰੱਖ ਕੇ ਕੀਤਾ। ਅਤੇ ਨਵਜੋਤ ਸਿੱਧੂ ਦਾ ਕੱਲ੍ਹ ਬੋਲੀ ਬਦਲਣਾ, ਖਹਿਰੇ ਦਾ ਪਾਰਟੀ ਦਾ ਸੱਦਾ ਦੇਣਾ, ਕੀ ਮਾਇਨੇ ਨੇ ਸਾਰਿਆਂ ਦੇ, ਉਹਦੇ ਪਰ ਵੀ ਚਰਚਾ ਕਰਾਂਗੇ। ਅਤੇ ਚਰਚਾ ਕਰਨ ਲਈ ਮਾਹਰ ਮਹਿਮਾਨ, ਸੀਨੀਅਰ ਪੱਤਰਕਾਰ, ਸੂਝਵਾਨ ਇੱਕ ਸਾਹਿਤਕਾਰ ਸੁਸ਼ੀਲ ਦੋਸਾਂਝ ਜੀ ਸਾਡੇ ਨਾਲ ਨੇ। ਸੁਸ਼ੀਲ ਦੋਸਾਂਝ ਭਾਅ ਜੀ, ਸਵਾਗਤ ਕਰਦੇ ਹਾਂ ਤੁਹਾਡਾ। ਸ਼ੁਕਰੀਆ ਦੀਪਕ ਜੀ, ਅਤੇ ਵਿਜਨ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ ਤੇ ਨਮਸਕਾਰ। ਸੁਸ਼ੀਲ ਜੀ, ਮੈਂ ਸਿੱਧਾ ਇਸੇ ਤੋਂ ਆਉਣਾ ਚਾਹੁੰਦਾ ਕਿ ਕੱਲ੍ਹ ਜਿਹੜੇ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਦਿਆਂ ਪੰਜਾਬ ਨੇ ਆਪਣੇ ਬਿੱਲ ਸਾਹਮਣੇ ਲਿਆਂਦੇ ਤੇ ਸਰਬਸੰਮਤੀ ਨਾਲ ਉਹ ਪਾਸ ਹੋਏ, ਤੁਹਾਡੀ ਨਜ਼ਰ ਦੇ ਵਿੱਚ ਉਹ ਕਿੰਨੇ ਕੁ ਤਾਕਤਵਰ ਨੇ, ਕਿੰਨੀ ਕੁ ਮਾਰ ਰੱਖਦੇ ਨੇ ਕੇਂਦਰ ਦੇ ਬਿੱਲਾਂ ਦੇ ਮੁਕਾਬਲੇ? ਪਹਿਲੀ ਗੱਲ ਤਾਂ ਦੀਪਕ ਜੀ ਇਹ ਆ ਕਿ ਇਹਨੂੰ ਤੁਸੀਂ ਕਿਸਾਨ ਅੰਦੋਲਨ ਦੀ ਦੂਸਰੀ ਜਿੱਤ ਦੇ ਤੌਰ 'ਤੇ ਦੇਖ ਸਕਦੇ ਹੋ, ਭਾਵੇਂ ਇਹ ਮੁਕੰਮਲ ਜਿੱਤ ਨਹੀਂ ਹੈ, ਕਿਉਂਕਿ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਵਿਚਾਰ ਮੰਗਦੀਆਂ। ਦੂਜੀ ਗੱਲ, ਇਹਨੇ ਇੱਕ ਗੱਲ ਪ੍ਰਮਾਣਿਤ ਕਰ ਦਿੱਤੀ ਹੈ ਕਿ ਜਿਹੜੀ ਪੀਪਲਸ ਫੋਰਸ ਹੁੰਦੀ ਹੈ, ਲੋਕਾਂ ਦੀ ਜਿਹੜੀ ਤਾਕਤ ਹੁੰਦੀ ਹੈ, ਉਹਦੇ ਕਿੱਦਾਂ ਨਤੀਜੇ ਨਿਕਲਦੇ ਆ। ਉਹਦਾ ਪਹਿਲਾ ਨਤੀਜਾ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਰਿਜ਼ਾਈਨ ਸੀ। ਦੂਜਾ ਨਤੀਜਾ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਗੌਰਮੈਂਟ ਵੱਲੋਂ ਜਿਹੜੇ 3 ਸੋਧ ਬਿੱਲ ਲਿਆਂਦੇ ਗਏ ਨੇ, ਬਿੱਲਾਂ ਦੇ ਨਾਂ ਉਹੀ ਨੇ ਤੇ ਪਰ ਉਹ ਪੰਜਾਬ ਅਮੈਂਡਮੈਂਟ ਬਿੱਲ ਹੋ ਗਏ ਨੇ, ਤੇ ਜਿਹੜੇ ਕੇਂਦਰੀ ਕਾਨੂੰਨ ਆ ਉਹਨਾਂ ਨੂੰ ਰੱਦ ਕਰਨ ਵਾਲੇ ਉਹ ਬਿੱਲ ਨੇ। ਤੇ ਇਹਦਾ ਮਤਲਬ ਹੈ ਕਿ ਲੋਕਾਂ ਦੀ ਤਾਕਤ ਨੇ ਮਜਬੂਰ ਕੀਤਾ ਹੈ ਪੰਜਾਬ ਦੀ ਹਕੂਮਤ ਨੂੰ ਵੀ, ਤੇ ਨਾਲ ਦੀ ਨਾਲ ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ, ਸਿਰਫ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਉਹਨਾਂ ਦੇ 2 MLA ਆਏ ਨੇ ਵਿਧਾਨ ਸਭਾ ਦੇ ਵਿੱਚ। ਅਗਲੀ ਗੱਲ ਹੈ ਕਿ ਕੀ ਇਹ ਜਿਹੜੇ ਬਿੱਲ ਹੈ, ਜਿਹੜੇ ਹਾਲੇ ਕਾਨੂੰਨ ਨਹੀਂ ਬਣੇ, ਤੇ ਬੜਾ ਲੰਮਾ ਸਫ਼ਰ ਹੈ ਇਹਦਾ ਕਾਨੂੰਨ ਬਣਦਾ, ਕਿਉਂਕਿ ਬਹੁਤ ਸਾਰੇ ਅੜਿੱਕੇ ਦੇ ਰਸਤੇ 'ਚ ਆਉਣੇ। ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਵੀ ਇਹ ਹੈ ਕੀ ਅਸਲ ਦੇ ਵਿੱਚ, ਕੀ ਫਰਕ ਕੀ ਹੈ ਇਹਦੇ 'ਚ। ਮੈਂ ਬੜਾ ਬਰੀਫਲੀ ਇਹਦੇ 'ਤੇ ਜੇ ਗੱਲ ਕਰਾਂ, ਜਿਹੜੇ 3 ਜਿਹੜੇ ਕੇਂਦਰੀ ਕਾਨੂੰਨ ਨੇ, ਉਹਦਾ ਜਿਹੜਾ ਪਹਿਲਾ ਕਾਨੂੰਨ ਹੈ ਓਪਨ ਮੰਡੀ ਵਾਲਾ। ਓਪਨ ਮੰਡੀ ਵਿੱਚ ਤੁਸੀਂ ਇੱਕ ਮੁਲਕ ਇੱਕ ਭਾਸ਼ਾ ਦੇ ਕਨਸੈਪਟ ਦੇ ਉੱਤੇ, ਇੱਕ ਮੁਲਕ ਇੱਕ ਟੈਕਸ ਦੇ ਕਨਸੈਪਟ ਦੇ ਉੱਤੇ, ਇੱਕ ਮੁਲਕ ਇੱਕ ਮੰਡੀ, ਸਾਰੇ ਮੁਲਕ ਨੂੰ ਇੱਕ ਮੰਡੀ ਬਣਾ ਦੇਣਾ, ਇਹ ਕੇਂਦਰੀ ਕਾਨੂੰਨ ਹੈ। ਤੇ ਉਹਦੇ ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਵੇਚੇ, ਤੇ ਫਿਰ ਉਹ ਵਪਾਰੀਆਂ ਦੇ ਉੱਤੇ, ਵੱਡੇ ਵਪਾਰੀਆਂ ਤੇ ਖਾਸ ਤੌਰ ਤੇ ਨਿਰਭਰ ਕਰ ਦੇਣਾ ਕਿਸਾਨ ਨੂੰ। ਕਿਸਾਨ ਆਪਣੀ ਜਿਹੜੀ ਜਿਣਸ ਹੈ ਉਹਨੂੰ 1-2 ਸਾਲ ਵਾਸਤੇ ਇੱਕ ਭਰਮ 'ਚ ਰੱਖਣ ਵਾਸਤੇ ਘੱਟੋ ਘੱਟ ਸਹਾਇਕ ਕੀਮਤ ਦੇਗੀ ਸਰਕਾਰ, ਉਸ ਤੋਂ ਬਾਅਦ ਉਹਨੂੰ ਬੰਦ ਕਰ ਦੇਗੀ। ਤੇ ਕਿਸਾਨ ਆਪਣੀ ਜਿਹੜੀ ਮੱਕੀ ਦਾ ਤਾਂ ਹਾਲ ਹੁਣੇ ਦੇਖ ਲਿਆ, ਜਿਹੜੀ ਕਣਕ ਜੇ 22 ਦੇ ਵਿੱਚ 2400 ਨੂੰ ਵੇਚਦਾ ਤੇ ਉਹ 1100-1400 1500 ਤੱਕ ਰਹੇਗੀ, ਉਹ ਤੋਂ ਵੀ ਥੱਲੇ ਜਾਏਗੀ। ਸੋ ਇਹ ਕੇਂਦਰੀ ਕਾਨੂੰਨ ਹੈ। ਪਰ ਪੰਜਾਬ ਗੌਰਮੈਂਟ ਨੇ ਉਹ 'ਚ ਅਮੈਂਡਮੈਂਟ ਇਹ ਕਰ ਦਿੱਤੀ, ਪੰਜਾਬ ਉਹਨੇ ਅਮੈਂਡਮੈਂਟ ਬਿੱਲ ਜਿਹੜਾ ਪੇਸ਼ ਕੀਤਾ ਉਹਦੇ 'ਚ ਕਰ ਦਿੱਤਾ ਕਿ ਘੱਟੋ ਘੱਟ ਸਹਾਇਕ ਕੀਮਤ ਤਾਂ ਦੇਣੀ ਹੀ ਪਏਗੀ, ਨਾ ਉਹਦੇ ਤੇ ਉਹ ਤੋਂ ਘੱਟ ਕੋਈ ਖਰੀਦ ਸਕਦਾ, ਨਾ ਕੋਈ ਵੇਚ ਸਕਦਾ। ਉਸ ਤੋਂ ਬਾਅਦ ਜੇ ਕੀਮਤ ਮਿਲਦੀ ਆ ਕਿਸਾਨ ਨੂੰ, ਚੰਗੀ ਗੱਲ ਹੈ। ਜਿਹੜਾ ਨਹੀਂ ਕਰੇਗਾ ਉਹਦੇ ਵਾਸਤੇ 3 ਸਾਲ ਦੀ ਸਜ਼ਾ ਦੀ ਪ੍ਰੋਵੀਜ਼ਨ ਬਕਾਇਦਾ ਉਹਦੇ 'ਚ ਧਾਰਾ ਜੋੜੀ ਗਈ ਹੈ, ਤੇ ਨਾਲ ਉਹਦੇ ਜੁਰਮਾਨਾ, ਹੈ ਨਾ। ਇੱਕ ਗੱਲ ਤਾਂ ਇਹ ਕਲੀਅਰ ਇਹਦੇ 'ਚ ਹੋ ਗਈ। ਜਿਹੜਾ ਦੂਜਾ ਬਿੱਲ ਆ ਕੰਟਰੈਕਟ ਫਾਰਮਿੰਗ ਵਾਲਾ, ਕੰਟਰੈਕਟ ਫਾਰਮਿੰਗ ਦੇ ਵਿੱਚ ਕੀ ਕੀਤਾ ਸੀ, ਸੈਂਟਰ ਗਵਰਨਮੈਂਟ ਦਾ ਜਿਹੜਾ ਕਾਨੂੰਨ ਹੈ ਉਹਦੇ 'ਚ ਉਹਨਾਂ ਨੇ ਕਰ ਦਿੱਤਾ ਸੀ ਕਿ ਕੋਈ ਵੀ ਬੰਦਾ, ਜਿਹਦੇ ਕੋਲ ਇੱਕ ਪੈਨ ਕਾਰਡ ਹੈ, ਕੋਈ ਵੀ ਬੰਦਾ ਉਹ ਜਾ ਕੇ ਕਿਤੇ ਵੀ ਆਪਣੀ ਮੰਡੀ ਲਾ ਸਕਦਾ, 0 ਫੀਸ ਤੇ, ਕਿਸੇ ਕਿਸਮ ਦੀ ਕੋਈ ਟੈਕਸ ਨਹੀਂ, ਜੋ ਮਰਜ਼ੀ ਉਹ ਕਰੇ। ਇਹਦੇ ਤੇ ਵੀ ਪੰਜਾਬ ਗਵਰਨਮੈਂਟ ਨੇ ਜਿਹੜਾ ਅਮੈਂਡਮੈਂਟ ਬਿੱਲ ਪੇਸ਼ ਕੀਤਾ, ਜਿਹੜਾ ਪਾਸ ਹੋ ਗਿਆ, ਕਾਨੂੰਨ ਹਾਲੇ ਬਣਨਾ ਹੈ, ਉਹਦੇ 'ਚ ਵੀ ਉਹਨਾਂ ਨੇ ਕਰ ਦਿੱਤਾ ਕਿ ਇੱਦਾਂ ਨਹੀਂ ਹੋਏਗਾ, ਸਰਕਾਰ ਦਾ ਕੰਟਰੋਲ ਰਹੇਗਾ। ਸਰਕਾਰ ਦੇਖੇਗੀ ਕੋਈ ਆਉਂਦਾ ਹੈ ਪ੍ਰਾਈਵੇਟ ਮੰਡੀ ਲੈ ਕੇ, ਤਾਂ ਉਹਦੇ 'ਤੇ ਬਕਾਇਦਾ ਉਹਦੀ ਫੀਸ ਨਿਰਧਾਰਿਤ ਕੀਤੀ ਜਾਏਗੀ, ਤੇ ਉਹਦੇ 'ਤੇ ਵੀ ਉਹ ਸ਼ਰਤਾਂ ਲਾਗੂ ਹੋਣਗੀਆਂ ਜਿਹੜੀਆਂ ਪਹਿਲੇ ਸੋਧ ਬਿੱਲ ਦੀਆਂ ਹੈਗੀਆਂ, ਵੀ ਘੱਟੋ ਘੱਟ ਸਹਾਇਕ ਕੀਮਤ ਦੇਣੀ ਹੋਈ ਪਏਗੀ। ਤੀਜਾ ਹੈ ਜਿਹੜਾ ਜ਼ਰੂਰੀ ਵਸਤਾਂ ਵਾਲਾ ਜਿਹੜਾ ਕਾਨੂੰਨ, ਕੇਂਦਰੀ ਕਾਨੂੰਨ ਇਹ ਸੀ ਜ਼ਰੂਰੀ ਵਸਤਾਂ ਵਾਲਾ ਵੀ। ਜ਼ਰੂਰੀ ਵਸਤਾਂ ਦੇ ਵਿੱਚ ਉਹਨਾਂ ਨੇ ਅਨਾਜ ਕੱਢ ਦਿੱਤਾ,
ਵੀ ਇਹ ਕੋਈ ਜ਼ਰੂਰੀ ਨਹੀਂ ਹੈਗਾ, ਦਾਲਾਂ ਕੱਢਤੀਆਂ, ਅਨਾਜ ਕੱਢਤਾ, ਤੇਲ ਕੱਢਤੇ ਖਾਣ ਵਾਲੇ, ਕਰੋ ਸਟੋਰੇਜ ਨਾ ਬਸ ਸਟੋਰ ਕਰ ਲਓ ਜਿੰਨੀ ਮਰਜ਼ੀ। ਸਟੋਰੇਜ ਦੀ ਜਿਹੜੀ ਜਮਾਖੋਰੀ ਜਾਣੀ ਇੱਕ ਕਿਸਮ ਦੀ ਵੱਡੀਆਂ ਜਿਹੜੀਆਂ ਫੋਰਸਿਸ ਹੈਗੀਆਂ ਮਾਰਕੀਟ ਦੀਆਂ, ਉਹਨਾਂ ਨੂੰ ਐਨ ਓਪਨ ਹੈਂਡਡ ਕਰਤਾ ਕਿ ਤੁਸੀਂ ਜਿੰਨੀ ਮਰਜ਼ੀ ਜਮਾਖੋਰੀ ਕਰੋ। ਉਹਨਾਂ ਕੀ ਹੋਣਾ ਸੀ, ਉਹਨਾਂ ਇਹ ਹੋਣਾ ਸੀ ਵੀ ਪਹਿਲਾਂ ਕਿਸਾਨ ਤੋਂ ਉਹਦੀ ਜਿਣਸ ਜਿਹੜੀ ਹੈ ਉਹ ਉਦੋਂ ਲੈਣੀ ਸੀ ਜਦੋਂ ਕਿਸਾਨ ਤਰਲੇ ਕਰਨ ਲੱਗ ਪਏ ਵੀ ਚੱਕ ਲਓ, ਭਾਵੇਂ ਉਹੀ ਲੈ ਜਾਓ ਚੱਕ ਕੇ ਤੁਸੀਂ, ਹੈ ਨਾ, ਭਾਵੇਂ ਉਹੀ ਲੈ ਜਾਓ, ਜਿਹੜੀ ਉਹਦੀ 1000 ਰੁਪਏ ਦੀ ਚੀਜ਼ ਆ 200 'ਚ ਹੀ ਲੈ ਜਾਓ ਜੀ, ਮੈਂ ਕਿੱਥੇ ਰੱਖਾਂ। ਕਿਸਾਨ ਕੋਲ ਸਟੋਰੇਜ ਦੀ ਕਿੰਨੀ ਕੁ ਵਿਵਸਥਾ ਹੈਗੀ ਹੈ। ਇਹਨਾਂ ਸਾਰੀਆਂ ਸਿਚੁਏਸ਼ਨ ਦੇ ਉਲਟ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਬਿੱਲ ਪੇਸ਼ ਕੀਤਾ, ਉਹਦੇ 'ਚ ਕਹਿੰਦਾ ਇੱਦਾਂ ਨਹੀਂ ਹੋਏਗਾ ਜੀ, ਇਹ ਬਿਲਕੁਲ ਕੰਟਰੈਕਟ ਫਾਰਮ ਜਿਹੜੀ ਜਮਾਖੋਰੀ ਹੈ ਇਹ ਨਹੀਂ ਹੋਏਗੀ। ਪੁਰਾਣਾ ਜਿਹੜਾ ਮੰਡੀ ਦਾ ਕਨਸੈਪਟ ਹੈ, ਜਾਂ ਪੁਰਾਣਾ ਜਿਹੜਾ ਕਿਸਾਨ ਆਪਣੀ ਸਟੋਰੇਜ ਕਰਦਾ ਆਪਣੇ ਘਰ 'ਚ ਕਰੀ ਜਾਵੇ, ਮਤਲਬ ਜੇ ਕੋਈ ਵਪਾਰੀ ਸਟੋਰੇਜ ਕਰਦਾ ਤਾਂ ਉਹਦੀ ਇੱਕ ਸੀਮਾ ਹੋਏਗੀ ਲਾਜ਼ਮੀ ਤੌਰ ਦੇ ਉੱਤੇ, ਉਹ ਸਰਕਾਰ ਦੀ ਦੇਖ ਰੇਖ 'ਚ ਹੋਏਗਾ। ਸੋ ਇਹ ਬੜੇ ਚੰਗੀ ਦਿਸ਼ਾ ਦੇ ਵਿੱਚ ਇਹ ਬਿੱਲ ਨੇ ਜਿਹੜੇ ਪਾਸ ਹੋ ਗਏ ਨੇ, ਪਰ ਇਹਦੇ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਹਾਂ, ਜਿਹੜੀ ਆਪਾਂ ਉਹ ਗੱਲ ਜਾਣਨਾ ਚਾਹੁੰਦੇ ਕਿ ਹੁਣ ਅੱਗੇ ਇਹਦਾ ਕੀ ਹੋਏਗਾ, ਕਿਉਂਕਿ ਮੈਂ ਜਿਵੇਂ ਪਾਣੀ ਵਾਲੇ ਬਿੱਲ ਦੀ ਕੈਪਟਨ ਅਮਰਿੰਦਰ ਉਸ ਸਮੇਂ ਵੀ ਹੀਰੋ ਬਣ ਕੇ ਸਾਹਮਣੇ ਆਏ ਸੀ ਕਿ ਲਓ ਜੀ ਮੈਂ ਪਾਣੀ ਦੇ ਸਮਝੌਤੇ ਰੱਦ ਕਰ ਦਿੱਤੇ, ਪਰ ਉਹ ਅਮਲੀ ਰੂਪ 'ਚ ਕਿੱਥੇ, ਸਾਰਿਆਂ ਨੂੰ ਪਤਾ ਕਿ ਕੋਰਟ ਕਚਹਿਰੀ ਧੱਕੇ ਖਾ ਰਹੇ ਹਾਂ ਆਪਾਂ। ਤੇ ਇਸੇ ਤਰ੍ਹਾਂ ਕਿਤੇ ਇਹ ਤਾਂ ਨਹੀਂ ਕਿ ਰਾਜਨੀਤਿਕ ਪਾਰਟੀਆਂ ਨੂੰ ਲੱਗਿਆ ਕਿ ਹੁਣ ਕਿਸਾਨਾਂ ਦੇ ਮਸਲੇ ਦੇ ਜੇ ਅਸੀਂ ਨਾਲ ਨਾ ਖੜੇ ਤਾਂ ਪੰਜਾਬ 'ਚ ਵੜਨਾ ਸਾਡਾ ਬੰਦ ਹੋ ਜੂ, ਪਿੰਡਾਂ 'ਚ ਸਾਡਾ ਘਰਾਓ ਹੋ ਜੂ, ਇਸ ਲਈ ਆਪਾਂ ਆਪਣੇ ਗਲੋਂ ਲਾ ਦਿਓ। ਕਿ ਇਹ ਗਲੇ ਲਾਉਣ ਵਾਲਾ ਤਾਂ ਨਹੀਂ, ਪਤਾ ਕਿ ਅੱਗੇ ਜਾ ਕੇ ਕੋਰਟ ਕਚਹਿਰੀ 'ਚ ਫਿਰਨਾ, ਕਿ ਨਾ ਗਵਰਨਰ ਦੇ ਸਾਈਨ ਦੀ ਉਮੀਦ ਹੈ, ਜੇ ਹੋ ਵੀ ਗਏ ਤਾਂ ਰਾਸ਼ਟਰਪਤੀ ਨੇ ਤਾਂ ਮਨਜ਼ੂਰ ਹੀ ਨਹੀਂ ਕਰਨਾ, ਸਾਰਿਆਂ ਨੂੰ ਪਤਾ। ਸੋ ਇਸ ਲਈ ਸਟੇਟ ਜਿਹੜੀ ਹੁੰਦੀ ਹੈ, ਚਾਹੇ ਉਹ ਨੈਸ਼ਨਲ ਸਟੇਟ ਹੈ ਸਾਡੀ, ਜਾਂ ਜਿਹੜੀ ਸਾਡੀ ਸੂਬਾ ਸਰਕਾਰ ਨੂੰ ਜਿਹਨੂੰ ਆਪਾਂ ਸਟੇਟ ਕਹਿੰਦੇ ਹਾਂ, ਜਿਹੜੀ ਘੱਟੋ ਘੱਟ ਜਿਨ੍ਹਾਂ ਦਾ ਕਿਰਦਾਰ ਪ੍ਰੋ ਪੀਪਲ ਨਾ ਹੋਵੇ, ਉਹ ਚਾਹੇ ਕਾਂਗਰਸ ਪਾਰਟੀ ਦੀ ਹੁਕੂਮਤ ਹੈ ਜਾਂ ਪਿੱਛੇ 10 ਸਾਲ ਬਾਦਲ ਸਾਹਿਬ ਦੀ ਰਹੀ ਹੈ, ਵਿੱਚ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਸੀ, ਚਾਹੇ ਨਰਿੰਦਰ ਮੋਦੀ ਦੀ ਸਰਕਾਰ, ਇਹਨਾਂ ਦਾ ਜਿਹੜਾ ਕਿਰਦਾਰ ਹੈ, ਜਿਹੜਾ ਪੋਲੀਟੀਕਲ ਜਿਹੜਾ ਇਹਨਾਂ ਦਾ ਕਰੈਕਟਰ ਹੈ, ਉਹ ਸੇਮ ਹੈ, ਥੋੜੇ ਬਹੁਤ ਫਰਕ ਨਾਲ, ਨਾ ਹੀ ਵੱਖਰੇ ਪਾਰਟੀਆਂ ਦੇ। ਸੋ ਸਟੇਟ ਕਦੀ ਵੀ 100% ਲੋਕਾਂ ਨੂੰ ਨਹੀਂ ਦਿੰਦੀ ਹੁੰਦੀ। ਇਹ ਉਮੀਦ ਕਰਨੀ ਕਿ ਕਿਸਾਨਾਂ ਦੀ ਸਟਰਗਲ 'ਚ ਜਿਹੜੇ ਕਿਸਾਨ ਜਿਹੜੀਆਂ ਮੰਗਾਂ ਉਠਾ ਰਹੇ ਆ ਉਹ 100% ਪੰਜਾਬ ਵਿਧਾਨ ਸਭਾ ਦੇ ਵਿੱਚ ਕਰ ਦਿੱਤਾ ਗਿਆ, ਇੱਦਾਂ ਨਹੀਂ ਹੈ। ਮੈਂ ਇੱਕ ਮਿਸਾਲ ਦਿੰਦਾ, ਬਹੁਤ ਲੰਬੀ ਗੱਲ ਨਾ ਵੀ ਕਰੀਏ। ਕੱਲ੍ਹ ਕੈਪਟਨ ਅਮਰਿੰਦਰ ਨੇ ਜਦੋਂ ਬਿੱਲ ਪੇਸ਼ ਕੀਤੇ, ਬਿੱਲ ਦੇ ਵਿੱਚ ਦਰਜ ਹੈ ਜਿਹੜੀ ਗੱਲ ਉਹਨਾਂ ਨੇ ਕਹੀ ਵੀ ਜਿਹੜੀ ਘੱਟੋ ਘੱਟ ਸਹਾਇਕ ਕੀਮਤ ਕਿਹਦੀ ਕਹੀ ਆ, ਕਣਕ ਤੇ ਝੋਨੇ ਦੀ। ਇਹ ਕਣਕ ਤੇ ਝੋਨੇ ਦੀ ਘੱਟੋ ਘੱਟ ਸਹਾਇਕ ਕੀਮਤ ਤਾਂ ਦੇਣੀ ਹੋ ਪਏਗੀ। ਜਿਹੜੀਆਂ 22 ਹੋਰ ਫਸਲਾਂ ਉਹਨਾਂ ਦਾ ਕੀ ਹੋਏਗਾ? ਹਾਂ, ਜਿਹੜੀ ਕੇਂਦਰ ਵੱਲੋਂ ਪਹਿਲਾਂ ਵੀ MSP ਐਲਾਨੀ ਆ, ਨਾ ਕੇਂਦਰ ਖਰੀਦ ਰਿਹਾ, ਨਾ ਕੋਈ ਹੋਰ ਸੂਬਾ ਮੈਂ ਕਹਿੰਦਾ ਵੀ ਤੁਸੀਂ ਜੇ ਮਤਲਬ ਜੇ ਕਣਕ ਤੇ ਝੋਨੇ ਤੋਂ ਬਿਨਾਂ ਪੰਜਾਬ ਦੀਆਂ ਫਸਲਾਂ ਬਾਰੇ ਗੱਲ ਕਰਦੀ ਹੈ ਤੇ ਦੋ ਬੜੀਆਂ ਇੰਪੋਰਟੈਂਟ ਫਸਲਾਂ ਸਾਡੇ ਕੋਲ ਮੱਕੀ ਆ, ਨਰਮਾ, ਕਪਾਹ ਆ, ਉਹਦੀ ਘੱਟੋ ਘੱਟ ਸਹਾਇਕ ਕੀਮਤ ਦਾ ਕੀ ਹੋਏਗਾ? ਮਤਲਬ ਇਹ ਆਪਣੇ ਆਪ ਦੇ ਵਿੱਚ ਅਧੂਰਾ ਇੱਕ ਬਿੱਲ ਦੇ ਤੌਰ ਤੇ ਇਹਨੂੰ ਤੁਸੀਂ ਦੇਖ ਸਕਦੇ। ਪਰ ਫਿਰ ਵੀ ਜਿਹੜੀ ਮੈਂ ਗੱਲ ਕਹੀ ਆ, 100% ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ। ਪਰ ਕਿਸਾਨਾਂ ਦੀ ਤੇ ਆਮ ਲੋਕਾਂ ਦੀ ਜਿਹੜੀ ਇਹ ਲੜਾਈ ਬਣ ਗਈ ਹੈ, ਉਹਦੇ ਪੱਖ 'ਚ ਇਹ ਗੱਲ ਜ਼ਰੂਰ ਜਾਂਦੀ ਹੈ ਵੀ ਘੱਟੋ ਘੱਟ ਇੱਕ ਗੱਲ ਤਾਂ ਹੋਈ ਹੈ, ਤਾਂ ਅੱਗੇ ਜਾ ਕੇ ਫਿਰ ਦੇਖ ਲਾਂਗੇ। ਲੜਾਈਆਂ ਵੀ ਸਟੈਪ ਬਾਈ ਸਟੈਪ ਹੀ ਜਿੱਤੀਆਂ ਜਾਂਦੀਆਂ ਹੁੰਦੀਆਂ। ਲੜਾਈਆਂ ਜਿੱਤਣ ਦਾ ਇਹ ਕਦੀ ਵੀ ਨਹੀਂ ਹੁੰਦਾ ਕਿ ਤੁਹਾਨੂੰ ਹਰ ਚੀਜ਼ ਜਿੱਦਾਂ ਤੁਸੀਂ ਚਾਹੁੰਦੇ ਏਦਾਂ ਹੋ ਜਾਏ। ਨਾਲੇ ਉਸ ਸਟੇਟ ਤੋਂ ਜਿਹੜੀ ਸਟੇਟ ਦਾ ਜਿਹੜਾ ਚਿਹਰਾ ਮੋਹਰਾ ਲੋਕ ਦੁਖੀ ਆ। ਸੋ ਇਸ ਕਰਕੇ ਇੱਕ ਤਾਂ ਇਹ ਚੰਗੀ ਗੱਲ ਹੈ। ਦੂਜੀ ਗੱਲ ਹੈ ਵੀ ਇਹ ਤੋਂ ਬਾਅਦ ਲੜਾਈ ਅੱਗੇ ਹੋਰ ਵਧੇਗੀ, ਉਹ ਵਧਣ ਦੇ ਬੜੇ ਪੜਾਅ ਨੇ ਆਉਣ ਵਾਲੇ ਸਮੇਂ ਦੇ ਵਿੱਚ। ਪਰ ਜਿਹੜਾ ਹੋਏਗਾ ਕੀ, ਹੁਣ ਰਾਜਪਾਲ ਕੋ ਗਏ ਨੇ, ਉਹਦੇ 'ਚ ਚੰਗੀ ਗੱਲ ਹੈ ਕਿ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ ਗਏ ਨੇ। ਭਾਰਤੀ ਜਨਤਾ ਪਾਰਟੀ ਦੇ 2 ਵਿਧਾਇਕ ਜਿਹੜੇ ਉਹ 2 ਹੀ ਦਿਨ ਨਹੀਂ ਆਏ। ਇਹ ਆਪਣੇ ਆਪ ਦੇ ਵਿੱਚ ਹੀ ਉਹਨਾਂ ਦਾ ਭੱਜਣਾ ਹੈ ਵੀ ਜੇ ਤੁਹਾਡੇ ਕੋਲ ਕੁਝ ਹੈ ਆ ਕੇ ਯਾਰ ਗੱਲ ਕਰੋ, ਤੁਸੀਂ ਆਪਣਾ ਲੌਜਿਕ ਤਾਂ ਦਿਓ, ਲੋਕ ਸੁਣ ਲੈਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ। ਆਪਣੇ 10 ਮੰਤਰੀ ਤੁਸੀਂ ਕੇਂਦਰ ਤੋਂ ਪੰਜਾਬ 'ਚ ਭੇਜੇ ਹੋਏ ਆ ਲੋਕਾਂ ਨੂੰ ਸਮਝਾਉਣ ਲਈ, ਵਿਧਾਨ ਸਭਾ ਜਾ ਕੇ ਤੁਸੀਂ ਬੋਲਦੇ ਨਹੀਂ। ਇਸ ਕਰਕੇ ਉਹ ਤਾਂ ਉਹਨਾਂ ਨੇ ਹੋਰ ਮਾਰ ਖਾਣੀ ਹੈ। ਅਗਲੀ ਗੱਲ ਇਹ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਰਾਜਪਾਲ ਕਿਉਂਕਿ ਕੇਂਦਰ ਵੱਲੋਂ ਲਾਇਆ ਗਿਆ ਹੁੰਦਾ ਤੇ ਲਾਜ਼ਮੀ ਤੌਰ ਤੇ ਉਹ ਇਸ ਬਿੱਲ ਨੂੰ ਰਾਸ਼ਟਰਪਤੀ ਕੋ ਭੇਜਣਗੇ। ਰਾਸ਼ਟਰਪਤੀ ਵੀ ਇੱਥੇ ਕੋਈ ਡਿਸੀਜਨ ਨਹੀਂ ਲੈਣਗੇ, ਕਿਉਂਕਿ ਰਾਸ਼ਟਰਪਤੀ ਵੀ ਤੁਹਾਨੂੰ ਪਤਾ ਹੀ ਹੈ ਕਿ ਰਬੜ ਦੀ ਸਟੈਂਪ ਬਣ ਜਾਂਦੇ। ਬਿਲਕੁਲ, ਜੋ ਰਾਸ਼ਟਰਪਤੀ ਦੀਆਂ ਤਾਕਤਾਂ ਨੇ ਉਹ ਰਾਜਪਾਲ ਦੀਆਂ। ਸੋ ਰਾਸ਼ਟਰਪਤੀ ਉਹਨੂੰ ਸੁਪਰੀਮ ਕੋਰਟ ਵੱਲ ਭੇਜਣਗੇ। ਫਿਰ ਉਹ ਮਸਲਾ ਜਿਹੜਾ ਤੁਸੀਂ ਕਹਿੰਦੇ ਆ ਵੀ ਫਿਰ ਕੀ ਹੋਏਗਾ, ਜਿਹੜਾ ਪਾਣੀਆਂ ਦੇ ਇਸ਼ੂ ਤੇ ਹੈ, ਪਾਣੀ ਦੇ ਇਸ਼ੂ ਦੇ ਉੱਤੇ ਵੀ ਇੱਕ ਚੰਗੀ ਗੱਲ ਇਹ ਹੋਈ ਸੀ ਵੀ ਘੱਟੋ ਘੱਟ ਜੇ ਉਦੋਂ ਸਾਰੇ ਜਿਹੜੇ ਸਮਝੌਤੇ ਪਿਛਲੇ ਰੱਦ ਨਾ ਕਰਦੇ ਇੱਕ ਬਿੱਲ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਤਾਂ ਲਾਜ਼ਮੀ ਤੌਰ ਤੇ ਹੁਣ ਤੱਕ ਸਤਲੁਜ ਯਮੁਨਾ ਲਿੰਕ ਨਹਿਰ ਬਣੀ ਹੋਣੀ ਸੀ। ਇੱਕ ਰਾਹਤ ਤਾਂ ਮਿਲੀ ਨਾ, ਇੱਕ ਰਾਹਤ ਤਾਂ ਮਿਲੀ, ਠੀਕ ਹੈ, ਕੋਰਟ ਦੇ ਵਿੱਚ। ਹੁਣ ਕੋਰਟ ਦੇ ਵਿੱਚ ਪੰਜਾਬ ਦਾ ਕੇਸ ਕਿੱਦਾਂ ਰੱਖਿਆ ਜਾਂਦਾ, ਮਸਲਾ ਇਹ ਹੈ। ਹੁਣ ਜਿਹੜੇ ਸਾਡੇ ਐਡਵੋਕੇਟ ਜਨਰਲ ਨੇ, ਉਹਨਾਂ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਉਹ ਪੰਜਾਬ ਦਾ ਪੱਖ ਬਹੁਤ ਬਿਹਤਰ ਤਰੀਕੇ ਨਾਲ ਰੱਖਣਗੇ। ਪਰ ਫਿਰ ਵੀ ਇਹ ਇੱਕ ਟਕਰਾਅ ਦੀ ਸਥਿਤੀ ਆਉਣ ਵਾਲੇ ਦਿਨਾਂ 'ਚ ਬਣਨ ਵਾਲੀ
ਹੋਈ ਹੈ। ਪਰ ਇਸ ਵੇਲੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਕੁਝ ਹੋਇਆ ਤੇ ਬਾਕੀ ਪੋਲੀਟੀਕਲ ਪਾਰਟੀਆਂ ਨੇ ਜਿੱਦਾਂ ਸਾਥ ਦਿੱਤਾ, ਭਾਵੇਂ ਰੋ ਧੋ ਕੇ ਸਾਥ ਦਿੱਤਾ ਹੈ, ਪਰ ਇੱਕ ਇੰਪੈਕਟ ਜ਼ਰੂਰ ਇਹਦਾ ਗਿਆ। ਪਰ ਨਾਲ ਦੀ ਨਾਲ ਕੁਝ ਪੋਲੀਟੀਕਲ ਪਾਰਟੀਆਂ ਹਾਲੇ ਵੀ ਨੰਗੀਆਂ ਹੋ ਰਹੀਆਂ ਵੀ ਅਸਲ ਦੇ ਵਿੱਚ ਉਹਨਾਂ ਦੀ ਸਿਰਫ ਤੇ ਸਿਰਫ ਵੋਟ ਪੋਲਿਟਿਕਸ ਹੈ। 2022 ਨੂੰ ਧਿਆਨ 'ਚ ਰੱਖ ਕੇ ਮਜਬੂਰੀ 'ਚ ਕੁਝ ਪਾਰਟੀਆਂ ਇਸ ਮਸਲੇ ਦੇ ਨਾਲ ਹੈ। ਜੀ, ਕਾਂਗਰਸ ਦੀ ਵੀ ਮਜਬੂਰੀ 2022 ਹੈ, ਅਕਾਲੀ ਦਲ ਦੀ ਮਜਬੂਰੀ ਵੀ 2022 ਹੈ, ਆਪ ਵੀ 2022 'ਚ ਪੰਜਾਬ ਦੀ ਸੱਤਾ 'ਚ ਆਉਣਾ ਚਾਹੁੰਦੀ ਹੈ। ਤੁਸੀਂ ਇਹ ਟਕਰਾਅ ਵਧਣਾ ਜੀ, ਟਕਰਾਅ ਕਿਸ ਰੂਪ 'ਚ ਵੱਧ ਸਕਦਾ ਹੈ? ਕੀ ਇਹ ਅਸਤੀਫਿਆਂ ਤੱਕ ਜਾਏਗਾ? ਕਿ ਰਾਸ਼ਟਰਪਤੀ ਰਾਜ ਤੱਕ ਦੀ ਜਿਹੜੀ ਚਰਚਾ ਚੱਲ ਰਹੀ ਹੈ ਉਹਦੇ ਤੱਕ ਜਾਏਗਾ, ਜਾਂ ਚੋਣਾਂ ਛੇਤੀ ਹੋ ਸਕਦੀਆਂ? ਕੱਲ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ, ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜੁੜਨਾ ਸੀ, ਉਸ ਤੋਂ 4 ਘੰਟੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਆ ਗਿਆ ਕਿ ਮੈਂ 6 ਵਜੇ ਦੇਸ਼ ਨੂੰ ਸੰਬੋਧਨ ਹੋਣਾ। ਲੋਕਾਂ ਦੇ ਮਨ 'ਚ ਜਦੋਂ ਪ੍ਰਧਾਨ ਮੰਤਰੀ ਸੰਬੋਧਨ ਕਰਦੇ ਆ ਕੇ ਪਤਾ ਨਹੀਂ ਕੀ ਕਰਨਾ, ਪਤਾ ਨਹੀਂ ਕੀ, ਪਤਾ GST ਵਾਂਗੂ ਜਾਂ ਨੋਟਬੰਦੀ ਵਾਂਗੂ ਜਾਂ ਦੀਵੇ ਜਗਾਉਣ ਦੀ ਜਾਂ ਬੁਝਾਉਣ ਦੀਆਂ ਜਿਹੜੀਆਂ ਰਾਜਨੀਤੀਆਂ ਉਹ ਕਰਦੇ ਰਹੇ ਨੇ। ਸੋ ਡਰ ਸੀ, ਪਰ ਉਹ ਸਿਰਫ ਕਰੋਨਾ ਤੇ ਬੋਲੇ ਨੇ, 2-4 ਗੱਲਾਂ ਕੀਤੀਆਂ। ਪਰ ਆਉਣ ਵਾਲੇ ਸਮੇਂ 'ਚ ਇੱਦਾਂ ਨਹੀਂ ਹੋਣਾ। ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸੈਂਟਰ ਗਵਰਨਮੈਂਟ ਬਜ਼ਿੱਦ ਹੈ ਇਸ ਸਾਰੇ ਮਸਲੇ ਦੇ ਉੱਤੇ, ਆਉਣ ਵਾਲੇ ਸਮੇਂ ਦੇ ਵਿੱਚ ਟਕਰਾਅ ਜਿਹੜਾ ਵਧਣ ਵਾਲੀ ਸੰਭਾਵਨਾ ਇਹ ਹੈ, ਜਿਹੜੀ ਮੈਂ ਕਿਸਾਨਾਂ ਦੇ ਐਂਗਲ ਤੋਂ ਕਰਾਂ ਕਿ ਇੱਕ ਤਾਂ ਇਹਨਾਂ ਦੀ ਲੜਾਈ ਦੇ ਐਂਗਲ ਬਦਲਣਗੇ। ਹੁਣ ਕੇਂਦਰ ਵੱਲ ਨੂੰ ਜ਼ਿਆਦਾ ਹੋਣਾ, ਉਹ ਜ਼ਿਆਦਾ ਕੇਂਦਰ ਵੱਲ ਨੂੰ, ਸੂਬੇ ਨੇ ਤਾਂ ਆਪਣੀ ਗੇਮ ਸਿੱਟਤੀ ਹੁਣ, ਕਿਉਂਕਿ ਬਾਰ-ਬਾਰ ਕੈਪਟਨ ਅਮਰਿੰਦਰ ਨੇ ਇਹ ਗੱਲ ਕਹੀ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਤੁਸੀਂ ਰੇਲਵੇ ਟਰੈਕ ਤੋਂ ਧਰਨੇ ਚਾਹੋ। ਉਹ ਅੱਜ ਸ਼ਾਇਦ ਹੋ ਜਾਏਗਾ, ਜਦੋਂ ਤੱਕ ਆਪਣਾ ਪ੍ਰੋਗਰਾਮ ਚੱਲੇਗਾ, ਉਮੀਦ ਹੈ ਸ਼ਾਇਦ ਹੋ ਜਾਏਗਾ। ਫਿਰ ਕਿੱਥੇ ਸੈਂਟਰਲਾਈਜ਼ ਕਿੱਥੇ ਹੋਣੀ ਹੈ ਲੜਾਈ? ਸੈਂਟਰਲਾਈਜ਼ ਹੋ ਰਹੀ ਟੋਲ ਪਲਾਜ਼ਿਆਂ ਤੇ। ਹੁਣ ਟੋਲ ਪਲਾਜ਼ੇ ਨੈਸ਼ਨਲ ਅਥਾਰਟੀ ਦੇ ਅੰਡਰ, ਤੇ ਮੈਨੂੰ ਇਹ ਲੱਗ ਰਿਹਾ ਹੈ ਰਾਸ਼ਟਰਪਤੀ ਰਾਜ ਤਾਂ ਚਲੋ ਅਗਲਾ ਸਟੈਪ ਹੋ ਸਕਦਾ, ਮੈਨੂੰ ਇਹ ਲੱਗ ਰਿਹਾ ਹੈ ਕਿ ਇੱਕ ਸੰਵਿਧਾਨਕ ਹੱਕ ਦੀ ਵਰਤੋਂ ਕਰਦਿਆਂ ਹੋਇਆਂ, ਜਿਹੜੇ ਸੈਂਟਰ ਕੋਲ ਬਹੁਤ ਤਾਕਤਾਂ ਹੈਗੀਆਂ ਸੰਵਿਧਾਨ ਨੇ ਦਿੱਤੀਆਂ ਹੋਈਆਂ, ਉਹਦੀ ਵਰਤੋਂ ਕਰਦਿਆਂ ਹੋਇਆਂ ਸ਼ਾਇਦ ਸੈਂਟਰ ਗਵਰਨਮੈਂਟ ਪੰਜਾਬ ਦੇ ਵਿੱਚ CRP ਭੇਜ ਸਕਦੀ ਹੈ ਟੋਲ ਪਲਾਜ਼ਿਆਂ ਤੋਂ ਕਿਸਾਨਾਂ ਨੂੰ ਖਦੇੜਨ ਵਾਸਤੇ। ਉਹਦੇ ਨਾਲ ਟਕਰਾਅ ਜਿਹੜੇ ਵਧਣਗੇ, ਉਹਨਾਂ ਖਤਰਾ ਇੱਕ ਪੈਦਾ ਹੋ ਸਕਦਾ ਵੀ ਹੁਣ ਤੱਕ ਪੰਜਾਬ ਦੀ ਗਵਰਨਮੈਂਟ ਜਿਹੜੀ ਹੈ ਕਿਸਾਨਾਂ ਲਈ ਕਿਸੇ ਕਿਸਮ ਦੀ ਕੋਈ ਡਿੱਕਾ ਨਹੀਂ ਸੀ ਖੜਾ ਕਰ ਰਹੀ, ਤੇ ਉਹ ਜਿਹੜਾ ਸਿੱਧਾ ਕੇਂਦਰ ਵੱਲੋਂ ਡਿੱਕਾ ਤੇ ਉਹ ਟਕਰਾਅ ਹਿੰਸਾ ਵਿੱਚ ਵੀ ਤਬਦੀਲ ਹੋ ਸਕਦੀ ਹੈ। ਤੇ ਉਸ ਹਿੰਸਕ ਟਕਰਾਵਾਂ ਦੇ ਦੌਰਾਨ ਕੁਝ ਭੇੜੀਏ ਵਾੜੇ ਜਾ ਸਕਦੇ ਆ, ਜਿਹਨੂੰ ਆਪਾਂ ਕਾਲੀਆਂ ਬਿੱਲੀਆਂ ਕਹਿੰਦੇ ਆ, ਉਹ ਇਸ ਸਾਰੀ ਸਟਰਗਲ ਨੂੰ ਸਾਬੋਤਾਜ ਕਰ ਸਕਦੇ। ਖਤਰਾ ਬਰਕਰਾਰ ਹੈ। ਤੇ ਜਿਹੜੇ ਦੂਜੇ ਟਕਰਾਅ ਨੇ ਉਹ ਆਉਂਦੇ ਸਵਾਲ ਤੋਂ ਬਾਅਦ ਆਪਾਂ ਗੱਲ ਕਰਾਂਗੇ। ਬਿਲਕੁਲ, ਮੈਂ ਇਹ ਜਿਹੜਾ ਦੂਜੇ ਟਕਰਾਅ ਨੇ ਉਹ ਰਾਜਨੀਤਿਕ ਟਕਰਾਅ, ਜਿਹਦੇ ਕੱਲ ਝਲਕ ਉੱਥੇ ਦਿਖੀ ਵੀ ਇੱਕ ਦਿਨ ਪਹਿਲਾਂ ਨਵਜੋਤ ਸਿੱਧੂ ਦੀ ਸ਼ੈਲੀ ਹੋਰ ਸੀ, ਕੱਲ ਸ਼ੈਲੀ ਬਦਲ ਗਈ ਹੈ। ਇਸੇ ਤਰ੍ਹਾਂ ਖਹਿਰਾ ਹੋਰੀ ਹੁਣ ਖੇਤਰੀ ਪਾਰਟੀ ਬਣਾਉਂਦੀ, ਜਿਹੜੇ ਪਹਿਲਾਂ ਹੀ ਆਪਣੀ ਪਾਰਟੀ ਬਣਾਈ ਬੈਠੇ ਨੇ ਉਹ ਅਮਰਿੰਦਰ ਸਿੰਘ ਵੱਲ ਫਿਰ ਤੱਕ ਰਹੇ ਨੇ ਕਿ ਨਵੀਂ ਖੇਤਰੀ ਪਾਰਟੀ ਬਣ ਜਾਵੇ। ਸੋ ਕੱਲ ਇਹ ਸਾਰੇ ਦ੍ਰਿਸ਼ਾਂ ਦੇ ਵਿੱਚੋਂ ਵੀ ਪਹਿਲਾਂ ਵੀ ਖਾਸ ਕਰਕੇ ਜਿਵੇਂ ਪ੍ਰਗਟ ਦੀ ਗੱਡੀ ਦੇ ਵਿੱਚ ਆਉਣਾ ਨਵਜੋਤ ਸਿੱਧੂ ਦਾ ਤੇ ਫਿਰ ਜਾਣਾ ਕਿਸੇ ਹੋਰ ਗੱਡੀ ਦੇ ਵਿੱਚ ਰਾਜਾ ਵੜਿੰਗ ਨੂੰ ਨਾਲ ਬਿਠਾ ਕੇ ਲੈ ਜਾਣਾ, ਇਹਦੇ ਕੀ ਮਾਇਨੇ ਨੇ? ਤੇ ਇਹ ਸਾਰੇ ਮਸਲੇ ਵੀ ਵਿਚਾਰਨੇ ਬਣਦੇ ਨੇ, ਕਿਉਂਕਿ ਪਰਵਿੰਦਰ ਢੀਂਡਸਾ ਦੀ ਗੱਡੀ ਦੇ ਵਿੱਚ ਵੀ ਕਿਤੇ ਖਹਿਰਾ ਸਵਾਰ ਹੋ ਕੇ ਗਏ ਨੇ। ਸੋ ਇਹ ਸਾਰੇ ਮਸਲੇ ਵੀ ਵਿਚਾਰਾਂਗੇ ਕਿ ਕਿਹੜਾ ਰੂਪ ਬਦਲ ਸਕਦਾ ਪੰਜਾਬ ਦੇ ਵਿੱਚ ਮਿਸ਼ਨ 2022 ਨੂੰ ਲੈ ਕੇ। ਕੀ ਪੰਜਾਬ ਦੀਆਂ ਸਥਾਪਿਤ ਪਾਰਟੀਆਂ ਖੇਤਰੀ ਪਾਰਟੀ ਵੱਲ ਵੀ ਮੁੜ ਸਕਦੀਆਂ? ਕੀ ਦਲਾਂ ਦੇ ਵਿੱਚ ਆਪਸ ਵਿੱਚ ਰਲਗੱਡ ਵੀ ਕੁਝ ਹੋ ਸਕਦਾ, ਜਾਂ ਕੁਝ ਨਵਾਂ ਹੋ ਸਕਦਾ? ਇਸ ਪਰ ਵੀ ਚਰਚਾ ਕਰਾਂਗੇ, ਪਰ ਸਮਾਂ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਲਈ ਰੁਕਾਂਗੇ। ਹੁਣੇ ਪਰਸਨ ਵਿਵੇਕ ਦੇ ਵਿਜ਼ਨ ਪੰਜਾਬ TV। ਵਿਜ਼ਨ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਇੱਕ ਵਾਰ ਫਿਰ ਸਵਾਗਤ ਹੈ ਜੀ। ਅਸੀਂ ਸੁਸ਼ੀਲ ਸਾਂਝ ਭਾਜੀ ਹੋਰਾਂ ਨਾਲ ਗੱਲ ਕਰ ਰਹੇ ਹਾਂ। ਕੱਲ੍ਹ ਜਿਹੜੇ ਪੰਜਾਬ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਕੇਂਦਰੀ ਕਾਨੂੰਨਾਂ ਨੂੰ, ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਤੇ ਆਪਣਾ ਉਹਦੀਆਂ ਤਜਵੀਜ਼ਾਂ ਨਵੇਂ ਢੰਗ ਨਾਲ ਪੇਸ਼ ਕੀਤੀਆਂ, ਤੇ ਉਹ ਰਾਜਪਾਲ ਤੱਕ ਪਈਆਂ ਨੇ। ਪਤਾ ਨਹੀਂ ਹੁਣ ਦਿੱਲੀ ਪਹੁੰਚਦੀਆਂ ਨੇ ਕਿ ਨਹੀਂ ਪਹੁੰਚਦੀਆਂ। ਸੁਸ਼ੀਲ ਸਾਂਝ ਭਾਜੀ, ਇਹ ਆਪਾਂ ਸਾਰੇ ਹੀ ਜਾਣਦੇ ਹਾਂ, ਕਿਸਾਨ ਜਥੇਬੰਦੀਆਂ ਨੂੰ ਵੀ ਇਸ ਗੱਲ ਦਾ ਇਲਮ ਹੈ ਚੰਗੀ ਤਰ੍ਹਾਂ ਕਿ ਹਾਂ ਇਹ ਰਾਜਪਾਲ ਤੋਂ ਰਾਸ਼ਟਰਪਤੀ ਤੱਕ ਪਹੁੰਚਣਗੀਆਂ ਕਿ ਜਾਂ ਨਹੀਂ। ਜੇ ਪਹੁੰਚ ਵੀ ਗਈਆਂ ਤਾਂ ਉੱਥੋਂ ਕੁਝ ਹੋਣ ਵਾਲਾ ਨਹੀਂ। ਪਰ ਜਿਹੜਾ ਤੁਸੀਂ ਗੱਲ ਕਰਦੇ ਹੋ ਕਿ ਰਾਜਨੀਤਿਕ ਕੀ ਸਰੂਪ ਵੀ ਬਦਲ ਸਕਦਾ, ਤੁਸੀਂ ਕਿਹਾ ਕਿ 2022 ਨੂੰ ਧਿਆਨ 'ਚ ਰੱਖ ਕੇ ਵੀ ਸਾਰਾ ਕੁਝ ਕੀਤਾ ਗਿਆ, ਕਿ 2022 ਨੂੰ ਪੰਜਾਬ ਦੇ ਵਿੱਚ ਰਾਜਨੀਤਿਕ ਢਾਂਚਾ ਵੀ ਬਦਲ ਸਕਦਾ, ਕੁਝ ਤਰ੍ਹਾਂ ਇੱਧਰ ਉੱਧਰ ਵੀ ਹੋ ਸਕਦੀਆਂ। ਕਿੱਥੇ ਖੜਨਗੀਆਂ ਪਾਰਟੀਆਂ? ਲਾਜ਼ਮੀ ਤੌਰ ਦੇ ਉੱਤੇ ਇਹ ਦਿਖਾਈ ਦਿੰਦਾ ਹੁੰਦਾ ਜਦੋਂ ਇਲੈਕਸ਼ਨਸ ਦਾ ਮਾਹੌਲ ਬਣਦਾ ਹੈ ਤੇ ਕੁਝ ਇੱਧਰ ਉੱਧਰ ਹੁੰਦੇ, ਪਰ ਬਹੁਤ ਵੱਡੇ ਲੈਵਲ 'ਤੇ ਜਿਹੜੀਆਂ ਕੁਝ ਚੱਕ-ਥਲ ਹੋਣੀ ਸੀ ਪੰਜਾਬ 'ਚ ਰਾਜਨੀਤਿਕ ਤੌਰ ਦੇ ਉੱਤੇ, ਉਹ ਦੌਰ ਲੰਘ ਚੁੱਕਾ। ਅੱਛਾ ਜੀ, ਉਹ ਦੌਰ ਲੰਘ ਚੁੱਕਾ। ਰਾਜਨੀਤਿਕ ਚੱਕ-ਥਲ ਦਾ ਦੌਰ ਉਹ ਸੀ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਸੀ, ਜਦੋਂ ਆਮ ਆਦਮੀ ਪਾਰਟੀ ਜਿਹੜੀ ਆ ਉਦੈ ਹੁੰਦੀ ਹੈ। ਹੁਣ ਇੱਦਾਂ ਦੀ ਸਿਚੁਏਸ਼ਨ ਨਹੀਂ। ਹੁਣ ਜਿਹੜੇ ਕੁਝ ਲੀਡਰ ਨੇ, ਜਿਹੜੇ ਚਿਹਰਾ ਮੋਹਰਾ ਤਾਂ ਹੈਗੇ ਆ, ਪਰ ਉਹਨਾਂ ਕੋਲ ਲੋਕ ਸ਼ਕਤੀ ਨਹੀਂ ਹੈ। ਇਕੱਲੇ ਤੌਰ ਦੇ ਉੱਤੇ ਉਹ ਕੋਈ ਬਹੁਤ ਵੱਡੀ ਹਾਸਲੀਅਤ ਜਿਹੜੀ ਆ ਨਹੀਂ ਕਰ ਸਕਦੇ।
ਉਹਨਾਂ ਦਾ ਕਿਤੇ ਨਾ ਕਿਤੇ ਐਸਟੈਬਲਿਸ਼ਮੈਂਟ ਵੱਲ ਇੱਧਰ ਉੱਧਰ ਜਾਣ ਦੀ ਸੰਭਾਵਨਾ ਢੋਆ-ਢੋਈ ਲੱਭਦੇ ਕਿੱਥੇ। ਹਾਂ, ਢੋਆ-ਢੋਈ ਉਹ ਲਾਜ਼ਮੀ ਤੌਰ ਤੇ ਉਹਨਾਂ ਦੀ ਕੋਸ਼ਿਸ਼ ਹੈ। ਤੇ ਜਿਹੜਾ ਮੈਂ ਅਸਲ 'ਚ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਰਾਸ਼ਟਰਪਤੀ ਕੋ ਹੁਣ ਸਾਡਾ ਚੱਲ ਜਾਣੇ ਆ ਹਜੇ ਤੇ ਰਾਜਪਾਲ ਕੋ ਦੇਖੋ ਉਹਨਾਂ ਦਾ ਵਿਵੇਕ ਕੀ ਕੰਮ ਕਰਦਾ। ਤੇ ਪਰ ਜਿਹੜੇ ਮੈਂ ਟਕਰਾਅ ਦੀ ਗੱਲ ਕਰ ਰਿਹਾ ਸੀ ਉਹ ਟਕਰਾਅ ਹੈਗੇ ਆ ਅਸਲ ਦੇ ਵਿੱਚ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੇ ਜਿਹੜੀ ਲੀਡ ਲਈ ਆ ਇਹ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਬਾਕੀ ਸਟੇਟਸ ਕੀ ਕਰਦੀਆਂ। ਮਤਲਬ ਮੈਨੂੰ ਲੱਗਦਾ ਕਿ ਕਾਂਗਰਸ ਹਾਈ ਕਮਾਨ ਆਪਣੀਆਂ ਰਾਜ ਵਾਲੀਆਂ ਜਿਹੜੀਆਂ ਸਟੇਟਸ ਹੈ ਉਹਨਾਂ ਨੂੰ ਉਹ ਜ਼ਰੂਰ ਇਹ ਕਹੇਗੀ ਕਿ ਤੁਸੀਂ ਵੀ ਕੈਪਟਨ ਅਮਰਿੰਦਰ ਨੇ ਜੋ ਕੀਤਾ ਪੰਜਾਬ ਦੇ ਵਿੱਚ ਤੁਸੀਂ ਵੀ ਆਪਣੀ ਆਪਣੀ ਸਟੇਟਸ ਕਰੋ, ਚਾਹੇ ਉਹ ਰਾਜਸਥਾਨ ਹੈ, ਛੱਤੀਸਗੜ੍ਹ ਹੈ। ਇਹਦੇ ਨਾਲ ਨਾਲ ਜਿਹੜਾ ਸਭ ਤੋਂ ਵੱਡਾ ਇੱਕ ਪ੍ਰੈਸ਼ਰ ਬਿਲਡ ਹੋਣਾ ਉਹ ਹੋਣਾ ਆਮ ਆਦਮੀ ਪਾਰਟੀ ਤੇ ਦਿੱਲੀ 'ਚ ਭਾਵੇਂ ਦਿੱਲੀ 'ਚ ਕੋਈ ਐਡਾ ਵੱਡਾ ਏਰੀਆ ਐਗਰੀਕਲਚਰ ਦਾ ਨਹੀਂ ਹੈ, ਉਹਨਾਂ ਦੇ ਪਿੰਡ ਲਗਭਗ ਖਤਮ ਹੀ ਹੋ ਗਿਆ, ਮਰਜ ਹੋ ਗਿਆ, ਪਰ ਉਹਦੇ ਬਾਵਜੂਦ ਕਿਉਂਕਿ ਪੰਜਾਬ 'ਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਰਵਾਈਵ ਕਰਨ ਦੇ ਯਤਨ 'ਚ ਹੈ ਤੇ ਦਿੱਲੀ ਦੀ ਸਟੇਟ ਨੂੰ ਵੀ ਸ਼ਾਇਦ ਇਸ ਤਰ੍ਹਾਂ ਦਾ ਕੁਝ ਨਾ ਕੁਝ ਆਪਣੀ ਵਿਧਾਨ ਸਭਾ 'ਚ ਕਰਨਾ ਪਏਗਾ। ਅੱਗੇ ਹੁਣ ਪੱਛਮੀ ਬੰਗਾਲ ਤੇ ਆ, ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਬੈਠੀ ਹੈ ਤੇ ਚਲੋ ਬਿਹਾਰ 'ਚ ਤਾਂ ਹੁਣ ਚੋਣਾਂ ਦਾ ਮਾਹੌਲ ਬਣ ਗਿਆ ਹੈ, ਉੱਤਰ ਪ੍ਰਦੇਸ਼ ਨੇ ਤਾਂ ਕਰਨਾ ਨਹੀਂ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਹੈ, ਪਰ ਜਿਹੜੀਆਂ ਹੋਰ ਗਵਰਨਮੈਂਟਸ ਜਿਹੜੀਆਂ ਜਿੱਦਾਂ ਮਹਾਰਾਸ਼ਟਰ ਸ਼ਿਵ ਸੈਨਾ ਤੇ ਕਾਂਗਰਸ ਦੀ ਸਾਂਝੀ ਸਰਕਾਰ ਉਹ ਕਿਉਂਕਿ ਇਸ ਵੇਲੇ ਟਕਰਾਅ ਦੀ ਸਥਿਤੀ 'ਚ ਹੈ। ਸੋ ਜਿਹੜੀਆਂ ਆਉਣ ਵਾਲੇ ਸਟੈਪ ਜਿਹੜੇ ਨੇ ਇਹਨਾਂ ਮਸਲਿਆਂ ਦੇ ਉੱਤੇ ਵੀ ਕੀ ਸੱਚਮੁੱਚ ਬਾਕੀ ਸਟੇਟਸ ਜਿਹੜੀਆਂ ਐਂਟੀ NDA ਹੈਗੀਆਂ ਕੀ ਉਹ ਕਰਦੀਆਂ ਜਾਂ ਨਹੀਂ ਕਰਦੀਆਂ, ਉਸ ਤੋਂ ਬਾਅਦ ਪਤਾ ਲੱਗੇਗਾ ਕਿ ਟਕਰਾਅ ਹੋਰ ਕਿਸ ਰੂਪ ਦੇ ਵਿੱਚ ਹੁੰਦੇ ਆ। ਉਹ ਟਕਰਾਅ ਕੇਂਦਰ ਤੇ ਸੂਬਿਆਂ ਦੇ ਟਕਰਾਅ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਣ ਵਾਲੇ ਆ। ਤੇ ਜਿਹੜਾ ਕੱਲ ਅੰਦਰ ਰਾਜਨੀਤਿਕ ਦ੍ਰਿਸ਼ ਇੱਕ ਦਿਨ ਪਹਿਲਾਂ ਅਸੀਂ ਦੇਖਿਆ ਕਿ ਪ੍ਰਗਟ ਸਿੰਘ ਦੀ ਗੱਡੀ 'ਚ ਸਵਾਰ ਹੋ ਕੇ ਨਵਜੋਤ ਸਿੱਧੂ ਆਉਂਦੇ ਨੇ ਤੇ ਬਾਅਦ ਚੋਂ ਵਿਧਾਨ ਸਭਾ 'ਚੋਂ ਨਿਕਲਣ ਲੱਗਿਆ ਆਮ ਆਦਮੀ ਪਾਰਟੀ ਦੇ MLA ਨੂੰ ਜੱਫੀਆਂ ਪਾ ਜਾਂਦੇ ਨੇ ਤੇ ਫਿਰ ਵਾਪਸ ਜਾਂਦੇ ਨੇ ਜਦੋਂ ਤਾਂ ਰਾਜਾ ਵੜਿੰਗ ਨੂੰ ਨਾਲ ਲੈ ਜਾਂਦੇ ਨੇ ਬਿਠਾ ਕੇ। ਤੇ ਉਸ ਤੋਂ ਬਾਅਦ ਕੱਲ ਅਚਾਨਕ ਕਹਿੰਦੇ ਕਿ ਸਾਰਾ ਕੁਛ ਕੈਪਟਨ ਅਮਰਿੰਦਰ ਦੇ ਸ਼ੋਲੇ ਵੀ ਗਾਏ, ਕੈਪਟਨ ਅਮਰਿੰਦਰ ਦੀ ਤਾਰੀਫ ਵੀ ਕੀਤੀ। ਉਹ ਅੰਦਾਜ਼ ਇੱਕ ਦਿਨ 'ਚ ਕਿਉਂ ਬਦਲ ਗਿਆ ਸਿੱਧੂ ਸਾਹਿਬ? ਦੇਖੋ ਮੈਂ ਬੜੀ ਸਪਸ਼ਟ ਗੱਲ ਕਰਦਾ, ਅੱਗੇ ਵੀ ਸ਼ਾਇਦ ਮੈਂ ਕਿਹਾ ਹੋਵੇ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਕਾਂਗਰਸ ਪਾਰਟੀ ਦਾ ਲੱਡੂ ਆ ਉਹੀ ਮੇਰੇ ਲਈ ਠੀਕ ਹੈ। ਅੱਛਾ, ਕਿਉਂਕਿ ਜੇ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਸੁਪਨਾ ਮੈਂ ਮੁੱਖ ਮੰਤਰੀ ਬਣਨਾ ਉਹ ਕਾਂਗਰਸ ਤੋਂ ਬਿਨਾਂ ਪੋਸੀਬਲ ਹੀ ਨਹੀਂ ਹੈਗਾ। ਭਾਰਤੀ ਜਨਤਾ ਪਾਰਟੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਕੱਲੇ ਤੌਰ ਤੇ 3 ਸੀਟਾਂ ਤੋਂ ਵੱਧ ਜਿੱਤ ਜਾਵੇ। ਇਸ ਕਰਕੇ BJP ਜਾਣ ਦਾ ਮਤਲਬ ਹੀ ਕੋਈ ਨਹੀਂ ਜੇ ਉਹਨਾਂ ਨੇ ਪੰਜਾਬ ਦੀ ਪੋਲਿਟਿਕਸ ਕਰਨੀ ਆ। ਆਮ ਆਦਮੀ ਪਾਰਟੀ ਜਿਹੜੀ ਆ ਉਹਦੇ 'ਚ ਉਸ ਰੂਪ ਦੇ ਵਿੱਚ ਉਹ ਤਾਕਤ ਨਹੀਂ ਰਹੀ, ਸਰਵਾਈਵ ਕਰਨ ਦੀ ਵੀ ਤਾਕਤ ਨਹੀਂ ਰਹੀ। ਤੇ ਦੂਜੀ ਗੱਲ ਉੱਥੇ ਇੱਕ ਬਹੁਤ ਇਸ ਤਰ੍ਹਾਂ ਦੀ ਲੀਡਰਸ਼ਿਪ 'ਚ ਇੱਕ ਬੰਦੇ ਬੈਠੇ ਨੇ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਕਿਸੇ ਹੋਰ ਨੂੰ ਆਪਣੇ ਬਰਾਬਰ ਪ੍ਰਵਾਹ ਨਹੀਂ ਕਰਦੇ। ਤੇ ਭਗਵੰਤ ਮਾਨ ਨੂੰ ਹੈਂਡਲ ਕਰਨਾ ਅਰਵਿੰਦ ਕੇਜਰੀਵਾਲ ਲਈ ਬਹੁਤ ਸੌਖਾ ਹੈ ਤੇ ਨਵਜੋਤ ਸਿੱਧੂ ਨੂੰ ਹੈਂਡਲ ਕਰਨਾ ਬਹੁਤ ਔਖਾ। ਸੋ ਉਹਨਾਂ ਨੂੰ ਲੱਗਦਾ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕਹਿ ਹੀ ਦਿੱਤਾ ਵੀ ਸਾਡੇ ਦਰਵਾਜ਼ੇ ਲਈ ਬੰਦ, ਨਾਲ ਜਾ ਕੇ ਉੱਥੇ ਕਰਨਾ ਵੀ ਕੀ ਹੈ। ਸੋ ਮੈਨੂੰ ਲੱਗਦਾ ਸਟੈਬਲਿਸ਼ਮੈਂਟ ਤੋਂ ਬਿਨਾਂ ਨਵਜੋਤ ਸਿੰਘ ਸਿੱਧੂ ਇਕੱਲੇ ਤੌਰ ਦੇ ਉੱਤੇ ਕੁਝ ਕਰ ਨਹੀਂ ਸੀ ਸਕਦੇ। ਤੇ ਦੂਜੀ ਗੱਲ ਹਾਈ ਕਮਾਨ ਦਾ ਜਿਹੜਾ ਵਤੀਰਾ ਰਿਹਾ ਉਹ ਹਰੀਸ਼ ਰਾਵਤ ਰਾਹੀਂ ਸਾਨੂੰ ਦਿਖਾਈ ਦਿੰਦਾ ਰਿਹਾ। ਭਾਵੇਂ ਮੋਗੇ ਦੇ ਵਿੱਚ ਜਿਸ ਤਰੀਕੇ ਨਾਲ ਬੋਲੇ ਸੀਗੇ ਨਵਜੋਤ ਸਿੰਘ ਸਿੱਧੂ, ਬੜੀ ਆਲੋਚਨਾ ਵੀ ਹੋਈ, ਉਹਦੇ ਬਾਵਜੂਦ ਹਰੀਸ਼ ਰਾਵਤ ਇਹ ਕਹਿੰਦੇ ਰਹੇ ਕਿ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਨਵਜੋਤ ਸਿੱਧੂ ਨੂੰ ਬਾਹਾਂ ਅੱਡ ਕੇ ਉਡੀਕ ਰਹੀ ਹੈ। ਤੇ ਰਾਤੋਂ ਰਾਤ ਕੀ ਹੋਇਆ ਮੈਨੂੰ ਲੱਗਦਾ ਜਿਹੜੀ ਕੱਲ ਦੀ ਗੱਲ ਪਰਸੋਂ ਦੀ ਗੱਲ ਸੀ ਵੀ ਉਹਨਾਂ ਨੇ ਅੱਖ ਵੀ ਨਹੀਂ ਮਲਾਈ ਕੈਪਟਨ ਨਾਲ, ਪਰ ਰਾਤੋਂ ਰਾਤ ਇਹ ਹੋਇਆ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦਾ ਇੱਕ ਟਵੀਟ ਕਰਨਾ, ਨਵਜੋਤ ਸਿੰਘ ਸਿੱਧੂ ਦੀ ਫੋਟੋ ਦੇ ਨਾਲ ਜਨਮ ਦਿਨ ਦੀਆਂ ਵਧਾਈਆਂ ਦੇਣੀਆਂ, ਸ਼ੇਰ ਬਾਬਾ ਨਜਮੀ ਦਾ ਉਹ 'ਚ ਸਾਂਝਾ ਕਰਨਾ ਵੀ ਉਹ ਜਿਹੜਾ ਪੱਥਰਾਂ ਵਾਲਾ ਸ਼ੇਰ ਹੈ। ਤੇ ਫਿਰ ਹਰੀਸ਼ ਰਾਵਤ ਦਾ ਦਖਲ ਤੇ ਹਾਈ ਕਮਾਨ ਵੱਲੋਂ ਕੋਈ ਆਦੇਸ਼, ਉਹ ਆਦੇਸ਼ ਦੇ ਮੁਤਾਬਕ ਹੀ ਸਾਰਾ ਕੁਝ ਸਹਿਮਤੀ ਨਾਲ ਹੋਇਆ। ਤਾਈਓ ਆਪਣੇ ਕਿਸੇ ਵੀ ਮੰਤਰੀ ਨੂੰ ਕੋਈ ਵੀ ਬੋਲਣ ਦਾ ਮੌਕਾ ਦੇਣ ਦੀ ਥਾਂ ਦੇ ਉੱਤੇ ਕੈਪਟਨ ਅਮਰਿੰਦਰ ਤੋਂ ਤੁਰੰਤ ਬਾਅਦ ਕਾਂਗਰਸ ਪਾਰਟੀ ਦੇ ਬੁਲਾਰੇ ਵਜੋਂ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਜਾਂਦਾ। ਇਹਦਾ ਮਤਲਬ ਐਡਜਸਟਮੈਂਟਸ ਹੋ ਚੁੱਕੀਆਂ, ਸਹਿਮਤੀ ਹੋ ਚੁੱਕੀ ਹੈ। ਹਾਈ ਕਮਾਨ ਇਹ ਕਹਿ ਚੁੱਕੀ ਸੀ ਕੈਪਟਨ ਅਮਰਿੰਦਰ ਹੋਰਾਂ ਨੂੰ ਵੀ ਨਵਜੋਤ ਸਿੰਘ ਸਿੱਧੂ ਬੋਲਣਗੇ ਤੇ ਤੁਹਾਡੇ ਹੱਕ 'ਚ ਬੋਲਣਗੇ। ਤੇ ਦੂਜੀ ਗੱਲ ਇਹ ਆ ਜੇ ਕੋਈ ਹੋਰ ਗੱਲ ਹੁੰਦੀ ਤਾਂ ਨਵਜੋਤ ਸਿੰਘ ਸਿੱਧੂ ਜਿੱਦਾਂ ਮੋਗੇ 'ਚ ਬੋਲੇ ਸੀ ਉੱਥੇ ਬੋਲ ਦਿੰਦੇ, ਇੱਥੇ ਬੋਲਦੇ ਕਾਂਗਰਸ ਸਰਕਾਰ ਦੇ ਹੱਕ 'ਚ, ਹਾਈ ਕਮਾਨ ਦੀ ਪ੍ਰਸ਼ੰਸਾ ਕਰਦੇ, ਉਹ ਕਾਂਗਰਸ ਸਰਕਾਰ ਦੀ ਗੱਲ ਕਰਦੇ। ਉਹਨਾਂ ਨੇ ਤਾਂ ਨਾਂ ਲੈ ਕੇ ਸਿਫਤਾਂ ਕੀਤੀਆਂ, ਕੈਪਟਨ ਅਮਰਿੰਦਰ ਦੀਆਂ ਨਾਂ ਲੈ ਕੇ ਸਿਫਤਾਂ ਕੀਤੀਆਂ। ਸੋ ਇਹਦਾ ਮਤਲਬ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਨੇ ਸਮਝ ਲਿਆ ਵੀ ਸਟੈਬਲਿਸ਼ਮੈਂਟ ਜਿਹੜੀ ਹੈ ਇਸ ਵੇਲੇ ਦੀ ਪੰਜਾਬ ਦੀ ਉਹੀ ਉਹਨਾਂ ਨੂੰ ਮੁਆਫਕ ਹੈ। ਤੇ ਕੈਪਟਨ ਅਮਰਿੰਦਰ ਬਾਰੇ ਉਹਨਾਂ ਨੂੰ ਇਹ ਬਿਲਕੁਲ ਇਲਮ ਹੈ ਕਿ ਕੈਪਟਨ ਅਮਰਿੰਦਰ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਦੇਰ ਐਕਟਿਵ ਨਹੀਂ ਰਹਿ ਸਕਣਗੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਵਿੱਚ। ਉਮਰ ਦਾ ਵੀ ਇੱਕ ਤਕਾਜ਼ਾ ਵੀ ਭਵਿੱਖ ਮੇਰਾ ਹੈ, ਉਹਦੇ ਲਈ ਭਾਵੇਂ 2 ਸਾਲ 3 ਸਾਲ ਉਡੀਕ ਕਰਨੀ ਪਵੇ, ਭਵਿੱਖ ਮੇਰਾ ਹੈ ਕਾਂਗਰਸ 'ਚ ਪੰਜਾਬ 'ਚ ਹੁੰਦਿਆਂ। ਸੋ ਜਿਹੜੇ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਕੋਈ ਪੀਪਲਸ ਪੋਲਿਟਿਕਸ ਦੇ ਸਿਰਫ ਉਹ ਦ੍ਰਿਸ਼ ਪੇਸ਼ ਕਰਦੇ ਆ ਪਰ ਪੀਪਲਸ ਨਾਲ ਲੈਣਾ ਦੇਣਾ ਉਹਨਾਂ ਦਾ ਕੋਈ ਨਹੀਂ ਹੁੰਦਾ, ਉਹਨਾਂ ਦਾ ਸਿਰਫ ਕੁਰਸੀ ਨਾਲ ਲੈਣਾ ਦੇਣਾ ਹੁੰਦਾ, ਉਹ ਫਿਰ ਇਦਾਂ ਹੀ ਸਹੀ ਤੇ ਸੌਫਟ ਤੇ ਜਿਹੜੀ ਇੱਕ ਕਿਸਮ ਦੀ ਜਿਹੜੀ ਆਸਾਨ ਰਸਤਾ ਜਿਹੜਾ ਉਹਨੂੰ ਚੁਣਿਆ ਕਰਦੇ ਆ। ਨਵਜੋਤ ਸਿੰਘ ਸਿੱਧੂ ਨੇ ਉਹੀ ਕੁਝ ਕੀਤਾ। ਤੁਸੀਂ ਕਹਿੰਦੇ ਸਿੱਧੂ ਨੇ ਕੱਲ ਅਮਰਿੰਦਰ ਦੇ ਪੁਲ ਬੰਨੇ ਉਹਦਾ ਨਾਂ ਲੈ ਕੇ ਤਾਰੀਫਾਂ ਕੀਤੀਆਂ
ਤੇ ਸਾਹਮਣੇ ਵਾਲੀ ਧਿਰ ਸੁਖਪਾਲ ਖਹਿਰਾ ਜਿਹੜਾ ਕਾਂਗਰਸ ਚੋਂ ਨਿਕਲ ਕੇ ਗਿਆ ਸੀ, ਜਿਹੜਾ ਇਹਨਾਂ ਦੇ ਉੱਤੇ ਵੀ ਅਜਿਹੇ ਦੋਸ਼ ਲਾਉਂਦਾ ਸੀ ਕਿ ਇੱਥੇ ਪਰਿਵਾਰਵਾਦ ਹਾਵੀ ਹੈ ਜੀ, ਇਹ ਸਾਰਾ ਕੁਝ ਹੈ ਜੀ, ਕੁਝ ਲੋਕਾਂ ਦਾ ਕਬਜ਼ਾ ਹੈ, ਇਸ ਲਈ ਮੈਂ ਖੁਦ ਮੁਖਤਿਆਰੀ ਦੀ ਗੱਲ ਕਰਦਾ। ਫਿਰ ਆਪ ਚੋਂ ਵੀ ਇਹੀ ਖੁਦ ਮੁਖਤਿਆਰੀ ਕਹਿ ਕੇ ਨਿਕਲੇ। ਹੁਣ ਉਹ ਵੀ ਕੱਲ੍ਹ ਅਮਰਿੰਦਰ ਵੱਲ ਦੇਖ ਰਹੇ ਸੀ, ਉਹ ਵੀ ਅਮਰਿੰਦਰ ਸਿੰਘ ਨੂੰ ਇਸ਼ਾਰੇ ਕਰ ਰਹੇ ਸੀਗੇ, ਤੁਸੀਂ ਉਹ ਬਣਾ ਲਓ ਜੀ ਖੇਤਰੀ ਪਾਰਟੀ। ਇਹਦਾ ਮਤਲਬ ਸੁਖਪਾਲ ਖਹਿਰਾ ਇਕੱਲਾ ਬੋਲ ਰਿਹਾ ਸੀ ਜਾਂ ਉਹਦੇ ਨਾਲ ਢੀਂਡਸਾ ਗਰੁੱਪ ਹੀ ਬੋਲ ਰਿਹਾ ਸੀ? ਕਿਉਂਕਿ ਉਹਦੇ ਨਾਲ ਕੱਲ ਗੱਡੀ ਵੀ ਸਾਂਝ ਰਹੀ ਹੈ, ਇਕੱਠੇ ਪਰਮਿੰਦਰ ਢੀਂਡਸਾ ਨਾਲ ਵੀ ਬੋਲਚਾਲ ਸਾਂਝੀ ਹੋਈ ਹੈ। ਗੱਡੀ ਦੀ ਸਾਂਝ ਹੋਣਾ ਹੋਰ ਗੱਲ ਆ। ਕੱਲ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਵੀ ਸਾਡੇ ਪੁਰਾਣੇ ਰਿਸ਼ਤੇ ਆ ਜੀ, ਮੇਰੇ ਫਾਦਰ ਸਾਹਿਬ ਤੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਆ ਬੜੇ ਮਿੱਤਰ ਵੀ ਰਹੇ ਨੇ, ਕੁਲੀਗ ਵੀ ਰਹੇ ਨੇ, ਮੇਰੀ ਵੀ ਪਰਮਿੰਦਰ ਸਿੰਘ ਢੀਂਡਸਾ ਨਾਲ ਦੋਸਤੀ ਆ। ਗੱਡੀ 'ਚ ਜਾਣਾ ਕੋਈ ਇਹ ਨਹੀਂ ਹੁੰਦਾ ਵੀ ਉਹਨਾਂ ਦੇ ਨਾਲ ਅਸੀਂ ਚੱਲ ਗਏ ਜਾਂ ਕੋਈ ਸਾਂਝਾ ਮੰਚ ਬਣ ਰਿਹਾ। ਦੇਖੋ ਜਿਹੜਾ ਢੀਂਡਸਾ ਗਰੁੱਪ ਹੈ ਨਾ, ਜਿਹੜਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਡੈਮੋਕ੍ਰੈਟਿਕ, ਉਹਨਾਂ ਦਾ ਤਾਂ ਦੇਖੋ ਸਿੱਧਾ ਜਿਹਾ ਉਹਨੂੰ ਤੁਸੀਂ ਦੇਖੋਗੇ ਉਹ ਪਰਦੇ ਚਾਕ ਹੋਣਗੇ ਆਉਣ ਵਾਲੇ ਦਿਨਾਂ 'ਚ। ਉਹ ਤਾਂ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਦੌਰ 'ਤੇ ਕੰਮ ਕਰਨਗੇ ਤੇ ਸੁਖਪਾਲ ਸਿੰਘ ਖਹਿਰਾ ਹੋਰੀ ਉੱਥੇ ਜਾ ਕੇ ਆਪਣੇ ਆਪ ਨੂੰ ਬਿਲਕੁਲ ਨਹੀਂ ਖਤਮ ਕਰ ਸਕਦੇ। ਉਹਨਾਂ ਦਾ ਕਹਿਣਾ ਹੋਰ ਹੈ ਅਸਲ। ਸੁਖਪਾਲ ਸਿੰਘ ਖਹਿਰਾ ਨੇ ਜਿਹੜੀ ਗੱਲ ਕਹੀ ਆ, ਕੈਪਟਨ ਅਮਰਿੰਦਰ ਦੀ ਵੀ ਉਹਨਾਂ ਨੇ ਗੱਲਾਂ ਬਾਤਾਂ 'ਚ ਇੱਕ ਕਿਸਮ ਦੀ ਸਿਫਤ ਕੀਤੀ ਹੈ ਤੇ ਇਹ ਵੀ ਕਿਹਾ ਵੀ ਮੈਂ ਤਾਂ ਵਿਧਾਨ ਸਭਾ 'ਚ ਵੀ ਇਹ ਕੁਝ ਕਹਿ ਕੇ ਆਇਆ। ਉਹ ਅਸਲ 'ਚ ਹੁਣ ਇਹ ਦੇਖਣ ਲੱਗ ਪਿਆ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਬੋਲਦਿਆਂ ਸੁਣਿਆ, ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਪੰਜਾਬ ਨੂੰ ਕਾਂਗਰਸ ਹਾਈ ਕਮਾਂਡ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਾਉਣਾ ਹੈ ਤੇ ਫਿਰ ਕੈਪਟਨ ਅਮਰਿੰਦਰ ਜਦੋਂ ਇੱਕ ਵਾਰੀ ਪਹਿਲਾਂ ਪਾਰਟੀ ਤੋੜ ਕੇ ਵੱਖਰੀ ਪਾਰਟੀ ਬਣਾਉਣੀ, ਮੈਂ ਕਿਤੇ ਇਦਾਂ ਦਾ ਸੀਨ ਜੇ ਬਣ ਗਿਆ ਤੇ ਫਿਰ ਅਸੀਂ ਮੈਂ ਵੀ ਤਰਜੂ ਨਾਲ ਸੋ ਉਹ ਬੜੀ ਗੇਮ ਹੈ, ਲੰਮੀ ਗੇਮ ਹੈ। ਇਹਦੇ ਪਿੱਛੇ ਅਸਲ 'ਚ ਇਹੀ ਗੇਮ ਹੈ ਵੀ ਉਹ ਖੇਤਰੀ ਪਾਰਟੀ ਦੇ ਨਾਂ ਦੇ ਉੱਤੇ ਕੁਝ ਲੋਕਾਂ ਨੂੰ ਇਕੱਠੇ ਕਰਕੇ ਤੇ ਕੈਪਟਨ ਅਮਰਿੰਦਰ ਨੂੰ ਹੀ ਅੱਗੇ ਲਾ ਕੇ ਆਪ ਨਾਲ ਲੱਗਣਾ ਚਾਹੁੰਦੇ ਆ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਜੇ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਨੇ ਪੰਜਾਬ ਦੀ ਕਮਾਂਡ ਦੇ ਦਿੱਤੀ ਤਾਂ ਕੈਪਟਨ ਅਮਰਿੰਦਰ ਬਗਾਵਤ ਕਰਨਗੇ। ਸੋ ਇਹਦੇ ਪਿੱਛੇ ਕਈ ਚੀਜ਼ਾਂ ਨੇ, ਬੜੇ ਗਹਿਰਾਈ 'ਚ ਡੂੰਘਾਈ 'ਚ ਸਾਰੀਆਂ ਚੀਜ਼ਾਂ ਜਿਹੜੀਆਂ। ਅਕਾਲੀ ਦਲ ਤੇ ਆਮ ਆਦਮੀ ਪਾਰਟੀ, ਅਕਾਲੀ ਦਲ ਦੀ ਰਣਨੀਤੀ ਹੁਣ ਕੀ ਰਹੇਗੀ? ਉਧਰੋਂ ਵੀ ਸਾਰਾ ਕੁਝ ਗਵਾ ਲਿਆ ਤੇ ਇੱਥੇ ਵੀ ਕਹਿੰਦੇ ਅਸੀਂ ਅਸਤੀਫੇ ਦੇਣ ਲਈ ਤਿਆਰ। ਹੁਣ ਬਹੁਤ ਛੇਤੀ ਸ਼ਹੀਦ ਹੋਣ ਲਈ ਕਾਹਲੇ ਆ ਅਕਾਲੀ ਦਲ। ਨਹੀਂ, ਪਰ ਜਿੱਦਾਂ ਦਾ ਉਹਨਾਂ ਨੂੰ ਸਟੈਪ ਚੁੱਕਣਾ ਚਾਹੀਦਾ ਸੀ, ਉਹਨਾਂ ਨੇ ਜਿਹੜੀ ਆਪਣੇ ਆਪ ਨੂੰ ਦਾਅਵਾ ਕਰਦੇ ਅਸੀਂ ਕਿਸਾਨਾਂ ਦੀ ਪਾਰਟੀ ਆ, ਉਹਨਾਂ ਦਾ ਸਾਰਾ ਕੁਝ ਥੱਲੇ ਖਿਸਕ ਗਿਆ। ਜਾ ਕੇ ਪਿੰਡਾਂ 'ਚ ਜਾ ਕੇ ਦੇਖੋ, ਜਿਹੜੇ ਲੋਕ ਜਿਹੜੇ ਸਧਾਰਨ ਜੱਟ ਕਿਸਾਨ ਜਿਹੜੇ ਸੀਗੇ, ਜਿਹੜੇ ਅਕਾਲੀ ਦਲ ਨੂੰ ਵੋਟ ਪਾਉਂਦੇ ਸੀ, ਜਿਹੜੇ ਕਹਿੰਦੇ ਤੱਕੜੀ ਤੋਂ ਬਿਨਾਂ ਕਿਤੇ ਜਾਣਾ ਨਹੀਂ, ਉਹ ਕਾਂਗਰਸ ਦੇ ਤੇ ਕੈਪਟਨ ਅਮਰਿੰਦਰ ਦੇ ਸੋਲੇ ਗਾ ਰਹੇ। ਅੱਛਾ, ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਵੀ ਜੋ ਕੁਝ ਉਹਨਾਂ ਨੇ ਕੀਤਾ, 2 ਦਿਨ ਵਿਧਾਨ ਸਭਾ ਦੇ ਵਿੱਚ ਵੀ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੇ ਜੋ ਰੋਲ ਪਲੇ ਕੀਤਾ, ਉਹ ਕੋਈ ਪੋਜ਼ਿਟਿਵ ਰੋਲ ਨਹੀਂ ਪਲੇ ਕੀਤਾ। ਠੀਕ ਹੈ, ਤੁਸੀਂ ਆਪਣੀ ਗੱਲ ਵੀ ਰੱਖੋ, ਪਰ ਉਹ ਗੱਲ ਰੱਖਣ ਦੀ ਥਾਂ ਦੇ ਉੱਤੇ ਜਿਸ ਤਰੀਕੇ ਨਾਲ ਉਹਨਾਂ ਨੇ ਬਿਹੇਵ ਕੀਤਾ ਤੇ ਉਹਦੇ ਨਾਲ ਉਹਨਾਂ ਨੇ ਆਪਣਾ ਬਹੁਤ ਕੁਝ ਗਵਾਇਆ ਹੀ ਹੈ। ਜੇ ਸੱਚਮੁੱਚ ਉਹ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਨਾ ਚਾਹੁੰਦੇ ਆ ਤਾਂ ਫਿਰ ਉਹਨਾਂ ਨੂੰ ਜਿਹੜੀ ਅਕਾਲੀ ਦਲ ਦਾ ਜਿਹੜਾ ਮੋਰਚਿਆਂ ਦਾ ਪੁਰਾਣਾ ਇਤਿਹਾਸ ਹੈ ਉਹਨੂੰ ਪੜ੍ਹਨਾ ਚਾਹੀਦਾ। ਆਪਣੇ ਪੁਰਾਣੀ ਲੀਡਰਸ਼ਿਪ ਜਿਹੜੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪਹਿਲਾਂ ਦੀ ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੀ, ਉਹਨਾਂ ਨੂੰ ਦੇਖਣਾ ਚਾਹੀਦਾ ਕਿ ਮੋਰਚੇ ਹੁੰਦੇ ਕੀ ਹੈ, ਲੋਕਾਂ ਦੀ ਲੜਾਈ ਹੁੰਦੀ ਕੀ ਹੈ। ਉਹਨੂੰ ਭੁਲਾ ਚੁੱਕੇ ਨੇ। ਪੜ੍ਹ ਲਿਖਣ ਵਾਲੇ ਬੰਦੇ ਕੋਲ ਬਹੁਤੇ ਸ਼੍ਰੋਮਣੀ ਅਕਾਲੀ ਦਲ ਕੋਲ ਰਹੇ ਨਹੀਂ ਤੇ ਜਿਹੜੇ ਥੋੜ੍ਹੇ ਬਹੁਤ ਸੋਚਦੇ ਹੋਣ। ਸੋ ਇਸ ਕਰਕੇ ਜਦੋਂ ਤੁਸੀਂ ਪਰਿਵਾਰਾਂ ਨੂੰ ਸਾਰਾ ਕੁਝ ਸੌਂਪ ਦੇਣਾ ਹੁੰਦਾ, ਜੇ ਪਰਿਵਾਰ ਹੀ ਤੁਹਾਡੀ ਪਾਰਟੀ ਆ, ਪੰਥ ਵੀ ਪਰਿਵਾਰ ਹੀ ਆ, ਤਾਂ ਫਿਰ ਇਹੀ ਹਾਲ ਹੋਣੇ ਹੁੰਦੇ ਆ। ਜੀ ਜਾਂਦੇ ਜੀ ਹੁਣ ਕਿਸਾਨ ਅੰਦੋਲਨ ਲਈ ਬੇਸ਼ੱਕ ਹੋ ਸਕਦਾ, ਜਿਵੇਂ ਆਪਾਂ ਗੱਲ ਕੀਤੀ ਕਿ ਅੱਜ ਵਾਲੀ ਬੈਠਕ ਜਦੋਂ ਤੱਕ ਆਪਣਾ ਇਹ ਪ੍ਰੋਗਰਾਮ ਦਰਸ਼ਕਾਂ ਦੇ ਰੂਬਰੂ ਹੋਣਾ ਤਦ ਤੱਕ ਹੋ ਸਕਦਾ ਰੇਲਵੇ ਟਰੈਕ ਛੱਡ ਦੇਣ, ਪਰ ਤੁਸੀਂ ਕਿਹਾ ਕਿ ਟੋਲ ਪਲਾਜ਼ੇ ਕੀ ਇਕੱਲੇ ਟੋਲ ਤੱਕ ਸੀਮਿਤ ਰਹੇਗਾ ਜਾਂ ਹੁਣ ਕੇਂਦਰ ਵੱਲ? ਕਿਉਂਕਿ ਜਥੇਬੰਦੀਆਂ ਲਈ ਵੀ ਹੁਣ ਨਿਸ਼ਾਨਾ ਕੇਂਦਰ ਹੈ। ਇਸ ਬਿੱਲਾਂ ਨਾਲ ਨਹੀਂ ਸਰਨਾ, ਕੇਂਦਰੀ ਬਿੱਲ ਖਾਰਜ ਕਰਾਉਣ ਲਈ ਮੈਨੂੰ ਲੜਾਈ ਦਿੱਲੀ ਵੱਲ ਨੂੰ ਸਿੱਧੀ ਹੋਣੀ ਪੈਣੀ ਹੈ। ਕਿ ਹੋਰ ਸੂਬਿਆਂ ਨਾਲ ਤਾਲਮੇਲ ਬਣਾ ਕੇ ਤੁਸੀਂ ਲੱਗਦਾ ਕਿ ਲੜਾਈ? ਹਾਂ, ਬਿਲਕੁਲ ਇੱਦਾਂ ਹੋਣ ਵਾਲਾ ਹੈ। ਉਹਦਾ ਇੱਕ ਤਾਂ 5 ਨਵੰਬਰ ਦੀ ਤਾਂ ਨੈਸ਼ਨਲ ਕਾਲ ਹੈਗੀ ਹੈ ਤੇ ਦੂਜੀ ਗੱਲ 30-34 ਕਿਸਾਨ ਜਥੇਬੰਦੀਆਂ ਕੁਰੂਕਸ਼ੇਤਰ 'ਚ ਵੀ ਇਕੱਠੀਆਂ ਹੋਈਆਂ ਸੀ, ਉਹਨਾਂ ਨੇ ਵੀ ਇਹ ਗੱਲ ਕੀਤੀ ਹੈ। 250 ਕਿਸਾਨ ਜਥੇਬੰਦੀਆਂ, ਕੁਝ ਮਜ਼ਦੂਰ ਜਥੇਬੰਦੀਆਂ, ਇਹ ਸਾਰੀਆਂ ਇਹ ਸਾਰਾ ਕੁਝ ਜਾਣਾ ਹੀ ਕੇਂਦਰ ਵੱਲ ਹੈ ਅਸਲ ਦੇ ਵਿੱਚ। ਮੈਂ ਅੱਗੇ ਵੀ ਸ਼ਰਕਿਆ ਹੋਵੇ ਕਿ ਉਹ ਸਾਨੂੰ ਯਾਦ ਕਰਨਾ ਚਾਹੀਦਾ ਜਦੋਂ ਨੰਗੇ ਪੈਰੀ 50,000 ਕਿਸਾਨ ਜਿਹੜਾ ਆ ਉੱਥੇ ਆਦਿਵਾਸੀ ਇਲਾਕੇ 'ਚ ਉੱਠ ਕੇ ਦਿੱਲੀ ਪੈਦਲ ਤੁਰ ਕੇ ਆ ਗਿਆ। ਇਸ ਪਾਸੇ ਵੱਲੋਂ ਵਧਣਾ ਕੰਮ, ਟੋਲ ਪਲਾਜ਼ਿਆਂ ਤੇ ਵੀ ਜਿਹੜਾ ਸੈਂਟਰਲਾਈਜ਼ ਕਰਨਾ ਜਿਹੜਾ ਹੈ ਉਹ ਅਸਲ ਕੇਂਦਰ ਦੇ ਖਿਲਾਫ ਹੀ ਲੜਾਈ ਹੈ। ਉੱਥੇ ਟੋਲ ਪਲਾਜ਼ਿਆਂ ਤੇ ਕੋਈ ਮੁਸਾਫਰ ਥੋੜ੍ਹਾ ਪਰੇਸ਼ਾਨ ਹੋ ਰਿਹਾ, ਮੁਸਾਫਰ ਤਾਂ ਲੰਘ ਰਿਹਾ, ਸਗੋਂ ਖੁਸ਼ ਹੋ ਰਿਹਾ, ਉਹ ਮਦਦ ਕਰਕੇ ਜਾ ਰਿਹਾ, ਕਿਸਾਨਾਂ ਦੀ ਮਦਦ ਕਰ ਰਿਹਾ। ਤੁਸੀਂ ਦੇਖੋ ਸੀਨ ਕੀ ਹੈ, ਲੜਾਈ ਆਮ ਲੋਕਾਂ ਦੀ ਕਿੱਦਾਂ ਬਣੀ ਹੈ। ਮੰਨ ਲਓ ਸਵੇਰੇ ਡਾਕਟਰ ਆਉਂਦੇ ਆ, ਮੈਡੀਕਲ ਸਟੋਰ ਜਿਹੜੇ ਆ ਨੇੜੇ ਤੇੜੇ ਜਿੱਥੇ ਧਰਨ ਲੱਗਾ, ਮੈਡੀਕਲ ਸਟੋਰ ਵਾਲੇ ਆਉਂਦੇ ਆ ਕੇ ਪੁੱਛ ਕੇ ਜਾਂਦੇ ਵੀ ਦਵਾਈ ਬੂਟੀ ਕੀ ਚਾਹੀਦੀ ਹੈ। ਸ਼ਾਮ ਤੱਕ ਕਿਸਾਨਾਂ ਨੂੰ ਦਵਾਈ ਬੂਟੀ ਆ ਜਾਂਦੀ ਹੈ। 7 ਤੋਂ 9 ਵਜੇ ਤੱਕ ਚਾਹ ਦਾ ਲੰਗਰ ਲੱਗ ਜਾਂਦਾ ਹੈ। 10 ਤੋਂ 12 ਵਜੇ ਤੱਕ ਉਹਨਾਂ ਨੂੰ ਦਾਲ ਦੇ ਨਾਲ ਪ੍ਰਸ਼ਾਦਾ ਛਕਾ ਦਿੰਦੇ ਆ। ਸ਼ਾਮ ਨੂੰ ਫੇਰ ਨਹੀਂ, ਉਹ ਲੋਕ ਕਰ ਰਹੇ, ਆਮ ਲੋਕ ਸ਼ਾਮਲ ਹੈ। ਸੋ ਇਹ ਲੜਾਈ ਹੁਣ ਜਿਸ ਤਰ੍ਹਾਂ ਦੀ ਉਹਦੇ 'ਚ ਮੈਨੂੰ ਲੱਗਦਾ ਇੱਕ ਨੈਸ਼ਨਲ ਲੈਵਲ ਦੇ ਉੱਤੇ ਵਾਈਡ ਕਿਸਮ ਦੀ ਵਿਸ਼ਾਲ ਤੇ ਵਿਸਥਾਰਤ ਲੜਾਈ ਵੱਲ ਤਬਦੀਲ ਹੋਏਗੀ। ਪਰ ਜਿਸ ਤਰ੍ਹਾਂ ਸਿਆਣਪ ਦਿਖਾਈ ਆ ਹੁਣ ਤੱਕ ਕਿਸਾਨਾਂ ਦੀ ਲੀਡਰਸ਼ਿਪ ਨੇ, ਇਹ ਸਿਆਣਪ ਬਰਕਰਾਰ ਰਵੇ
ਤੇ ਅਗਲੀਆਂ ਚੀਜ਼ਾਂ ਜਿਹੜੀਆਂ ਉਹਨੂੰ ਧਿਆਨ 'ਚ ਰੱਖਦਿਆਂ ਹੋਇਆ, ਉਹਨੂੰ ਤੋਂ ਚੌਕਸੀ ਵਰਤਦਿਆਂ ਹੋਇਆ ਅਗਲੇ ਐਕਸ਼ਨ ਪਲਾਨ ਇਦਾਂ ਹੋਣ ਜਿਹਦੇ 'ਚ ਲੋਕ ਦੁਖੀ ਨਾ ਹੋਣ ਐਕਸ਼ਨ ਤੋਂ, ਲੋਕ ਨਾਲ ਹੋਣ, ਇਦਾਂ ਦੇ ਐਕਸ਼ਨ ਪਲਾਨ ਕਰਨੇ ਪੈਣੇ। ਕਿਸਾਨ ਜਥੇਬੰਦੀਆਂ ਲਈ ਲੜਾਈ ਤਿੱਖੀ ਵੀ ਹੈ, ਲੰਬੀ ਵੀ ਹੈ, ਤੇ ਇਹਦਾ ਸਰੂਪ ਬਿਲਕੁਲ ਜਿਵੇਂ ਸੁਸ਼ੀਲ ਜੀ ਨੇ ਕਿਹਾ ਕਿ ਹੁਣ ਕੇਂਦਰ ਵੱਲ ਹੋਏਗਾ, ਪਰ ਉਹਨਾਂ ਨੇ ਪਹਿਲਾਂ ਵਾਲੀ ਸਿਆਣਪ ਨੂੰ ਆਪਣੀ ਬਰਕਰਾਰ ਰੱਖਣਾ ਤੇ ਸਰਕਾਰਾਂ ਦੀਆਂ ਨੀਤੀਆਂ, ਰਾਜਨੀਤਿਕ ਧਿਰਾਂ ਦੀਆਂ ਚਾਲਾਂ ਨੂੰ ਸਮਝਦਿਆਂ ਅਗਲੀ ਰਣਨੀਤੀ ਕੱਢਣੀ ਹੈ। ਸੋ ਉਹਦੇ ਪਰ ਸਾਡੀ ਨਜ਼ਰ ਬਣੀ ਰਹੇਗੀ। ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।